तुम्हारे लिखे, जन्म तुम्हारे लेखे, जन्म तुम्हारे लेखे, जन्म तुम्हारे लेखे। एहो जन्म तुम्हारे लेखे, एहो जन्म तुम्हारे लेखे, जन्म तुम्हारे लेखे, जन्म तुम्हारे लेखे, जन्म तुम्हारे लिखे, एहो जन्म तुम्हारे लेखे, जन्म तुम्हारे लिखे, जन्म तुम्हारे लेखे। बहुत जन्म बिछड़े थे मातो, 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 बहुत जन्म बिछड़े थे मातो। एहो जन्म तुम्हारे लेखे, एहो जन्म तुम्हारे लेखे, जन्म तुम्हारे लेखे, जन्म तुम्हारे लेखे, जन्म तुम्हारे लेखे, एहो जन्म तुम्हारे लेखे, जन्म तुम्हारे लेखे, एहो जन्म तुम्हारे लेखे। वाहेगुरु वाहेगुरु धन वाहेगुरु, वाहेगुरु वाहेगुरु, वाहेगुरु वाहेगुरु, वाहेगुरु धन वाहेगुरु, वाहेगुरु 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 जी। जुगो जुग अटल तन तन साहिब श्री गुरु ग्रंथ साहिब महाराज साहिब सच्चे पातशाह जी दे पावन ते पवित्र दरबार अंदर सज बैठी साध संगत जियो, आप जी इत्थे उस विछड़ी हुई रूह नूं असीस बख्शण वास्ते आए हो ते अपने लिए अरदास करन आए हो। मैं भी अरदास करन आया, तुसीं भी अरदास करन आए हो कि सच्चे पातशाह जिहड़े भगत ने ना जी साध संगत
ਉਹਨਾਂ ਨੂੰ ਦਰਵੇਸ਼ ਕਿਹਾ ਬਾਣੀ ਨੇ, ਕਿਤੇ ਕਿਤੇ ਫਕੀਰ ਕਿਹਾ। ਇਹ ਸਾਰੇ ਇੱਕੋ ਹੀ ਅਰਥ ਦੇ ਵੱਖੋ ਵੱਖਰੇ ਨਾਮ ਨੇ। ਜਿਹੜਾ ਦਰਵੇਸ਼ ਹੁੰਦਾ ਉਹਦਾ ਅਰਥ ਹੈ ਜਿਹੜਾ ਦਰ ਤੇ ਖੜਾ ਹੋਇਆ ਹੈ। ਜਿਵੇਂ ਕੋਈ ਮੰਜ਼ਿਲ ਤੇ ਕੋਈ ਚੀਜ਼ ਬੰਦਾ ਪਹੁੰਚ ਜਾਏ ਨਾ ਜੀ, ਤੇ ਮੰਜ਼ਿਲ ਤੇ ਪਹੁੰਚ ਕੇ ਜਿੱਥੇ ਉਹਨੇ ਪਹੁੰਚਣਾ ਸੀ ਉੱਥੇ ਨਜ਼ਰ ਆਉਣ ਲੱਗ ਪਵੇ ਉਹਦੀ ਮੰਜ਼ਿਲ, ਉਸ ਅਵਸਥਾ ਨੂੰ ਦਰਵੇਸ਼ ਕਿਹਾ ਹੈ, ਜਿਹੜਾ ਦਰ ਤੇ ਖਲੋਤਾ ਹੋਇਆ ਹੈ। ਭਗਤ ਰਵਿਦਾਸ ਜੀ ਬਹੁਤੀ ਮਾਇਆ ਨਹੀਂ, ਬਹੁਤਾ ਕੁਛ ਨਹੀਂ, ਬਹੁਤਾ ਤਾਮ ਜਾਮ ਨਹੀਂ ਹੈ, ਨਾ ਨਾ। ਪਰ ਜਿਹੜੀ ਸੁਰਤ ਹੈ ਨਾ ਭਗਤ ਰਵਿਦਾਸ ਜੀ ਦੀ, ਮੈਂ ਇੱਥੋਂ ਗੱਲ ਅੱਜ ਆਰੰਭ ਕੀਤੀ ਹੈ ਵੀ ਆਪਾਂ ਅਰਦਾਸ ਕਰਨ ਲਈ ਆਏ ਆ ਵਿਛੜੀ ਆਤਮਾ ਦੀ, ਤੇ ਆਪਣੇ ਲਈ ਸਾਧ ਸੰਗਤ ਅਰਦਾਸ ਕਰਨ ਲਈ ਆਏ ਆ ਵੀ ਸੱਚੇ ਪਾਤਸ਼ਾਹ ਇਹ ਜਿਹੜਾ ਸੱਚ ਆ ਇਹ ਕਦੇ ਮੇਰੇ ਲਈ ਵੀ ਆਊਗਾ, ਮੈਂ ਵੀ ਇਹ ਸੱਚ ਹੰਡਾਉਣਾ ਮੌਤ ਵਾਲਾ। ਸੋ ਭਗਤ ਜੀ ਉੱਥੇ ਖੜੇ ਨੇ, ਭਗਤ ਰਵਿਦਾਸ ਜੀ ਉੱਥੇ ਖੜੇ ਨੇ ਜਿੱਥੇ ਮੌਤ ਦਾ ਕੋਈ ਡਰ ਨਹੀਂ ਹੈ, ਨਾ ਨਾ ਨਾ। ਜਿੱਥੇ ਭੁੱਖ ਨਹੀਂ ਸਤਾਉਂਦੀ, ਜਿੱਥੇ ਵਿਯੋਗ ਨਹੀਂ ਹੈ, ਜਿੱਥੇ ਦੁੱਖ ਨਹੀਂ, ਕਲੇਸ਼ ਨਹੀਂ ਹੈ, ਤੇ ਬਾਹਾਂ ਦੋਵੇਂ ਖੜੀਆਂ ਕਰਕੇ ਭਗਤ ਰਵਿਦਾਸ ਜੀ ਨੇ ਉਸ ਆਪਣੇ ਮਾਲਕ ਨੂੰ ਪੁਕਾਰਿਆ ਜੀ, ਉਸ ਰੱਬ ਨੂੰ ਪੁਕਾਰਿਆ ਤੇ ਕਿਹਾ ਬਹੁਤ ਜਨਮ ਵਿਛਰੇ ਥੇ ਮਾਧੋ। ਇੱਕ ਗੱਲ ਯਾਦ ਰੱਖਿਓ, ਜੇ ਜਨਮਾਂ ਦਾ ਵਿਛੜਿਆ ਹੋਇਆ ਤੇ ਜਨਮ ਨੇ ਹੀ ਇਹਨੂੰ ਮਿਲਾਉਣਾ ਹੈ, ਯਾਦ ਰੱਖਿਓ। ਜਨਮ ਕਿੰਨੇ ਕੁ ਜਨਮਾਂ ਦਾ ਵਿਛੜਿਆ ਹੋਇਆ ਜੀ। ਆਂਦੇ ਪਾਤਸ਼ਾਹ ਬਹੁਤ ਜਨਮ ਹੋ ਗਏ। ਕਿੰਨੇ ਕੁ ਹੋ ਗਏ ਪਤਾ ਨਹੀਂ। ਆਂਦੇ ਕਿੰਨਿਆਂ ਦੇ ਘਰ ਦਾ ਕੁੱਕਰ ਕੁੱਤਾ ਬਣ ਕੇ ਮੈਂ ਰਖਵਾਲੀ ਕਰਾਇਆ, ਉਹਨਾਂ ਦੇ ਦਰ ਦੀ ਚੌਂਕੀਦਾਰੀ ਕਰਾਇਆ। ਮੈਂ ਆਪ ਜੀ ਨੂੰ ਬਾਣੀ ਸੁਣਾ ਰਿਹਾ, ਗੁਰਬਾਣੀ ਤੋਂ ਬਾਹਰ ਕੁਛ ਵੀ ਨਹੀਂ ਹੈ। ਦਾਤਾ ਮੈਂ ਪਤਾ ਨਹੀਂ ਕਿੰਨਿਆਂ ਕੇ ਦਰ ਦੀ ਰਖਵਾਲੀ ਕਰਕੇ ਆਪਣਾ ਘਰ ਬਣਾ ਕੇ ਆ ਗਿਆ। ਦਾਤਾ ਪਤਾ ਨਹੀਂ ਮੈਂ ਕਿੰਨਿਆਂ ਕਦੇ ਕੋਲੂ ਦਾ ਬੈਲ ਬਣ ਕੇ ਆ ਗਿਆ। ਦਾਤਾ ਮੈਂ ਪਤਾ ਨਹੀਂ ਕਿੰਨੇ ਕੁ ਪਿੰਜਰਿਆਂ ਵਿੱਚ ਮਿੱਠੀ ਬੋਲੀ ਤੋਤਾ ਬੋਲ ਕੇ ਆ ਗਿਆ। ਬਹੁਤ ਜਨਮ ਦਾਤਾ ਪਤਾ ਨਹੀਂ ਕਿੰਨੇ ਕੁ ਕੀੜੇ ਬਣ ਕੇ ਆ ਗਿਆ, ਕਿੰਨੇ ਕੁ ਮਕੌੜੇ ਬਣ ਕੇ ਆ ਗਿਆ, ਕਿੰਨੇ ਕੁ ਸੱਪ ਬਣ ਕੇ ਆ ਗਿਆ। ਪਰ ਦਾਤਾ ਜਿਹੜਾ ਹੁਣ ਜਨਮ ਮਿਲਿਆ ਨਾ, ਜਿਹੜਾ ਤੁਹਾਨੂੰ ਮਿਲਿਆ ਤੇ ਮੈਨੂੰ ਮਿਲਿਆ, ਇਹਨੂੰ ਗੋਬਿੰਦ ਮਿਲਣ ਕੀ ਬਰੀਆ ਕਿਹਾ ਬਾਣੀ ਨੇ ਜੀ। ਗੱਲ ਸੌਖੀ ਸਮਝ ਵਿੱਚ ਆ ਜਾਣੀ ਆ। ਆ ਫਸਲ ਬੀਜੀ ਆ ਨਾ ਆਪਾਂ, ਮੱਘਰ ਚ ਆਪਾਂ ਕਣਕ ਬੀਜੀ ਆ। ਪਹਿਲਾਂ ਖੇਤ ਤਿਆਰ ਕੀਤਾ, ਫਿਰ ਵਧੀਆ ਬੀਜ ਲਿਆਂਦਾ, ਫਿਰ ਤਰਕੀਬ ਬਾਜ਼ ਉਹਨੂੰ ਪਾਇਆ, ਫਿਰ ਆ ਦਾਤੇ ਨੇ ਰੰਗ ਲਾ ਦਿੱਤੇ, ਮੀਂਹ ਪਾ ਦਿੱਤਾ। ਇਹ ਜਨਮ ਦਾ ਕੀ ਮੁੱਲ ਆ?
ਕਿਉਂਕਿ ਉਦਾਹਰਣ ਦੇ ਕੇ ਹੀ ਮਨ ਨੂੰ ਸਮਝ ਆਉਂਦੀ ਆ। ਮਨ ਸੰਸਾਰ ਵਿੱਚ ਫੈਲਿਆ, ਇਸ ਕਰਕੇ ਇਹਨੂੰ ਸੰਸਾਰ ਦਾ ਹੀ ਉਦਾਹਰਣ ਦੇਣਾ ਪੈਣਾ। ਉਦਾਂ ਦੀ ਗੱਲ ਸਮਝ ਨਹੀਂ ਆਉਣੀ ਸਾਧ ਸੰਗਤ, ਨਾ ਨਾ। ਜਦੋਂ ਤੁਸੀਂ ਖੇਤ ਲੈ ਕੇ ਜਾਓਗੇ ਨਾ, ਫਸਲ ਸ਼ਹਿਰ, ਜਿਹੜਾ ਉੱਥੇ ਉਹਦਾ ਮੁੱਲ ਪੈਣਾ ਉਹ 5-10 ਮਿੰਟ ਦਾ, 15 ਮਿੰਟ ਦਾ, ਅੱਧੇ ਘੰਟੇ ਦਾ ਟਾਈਮ ਆ। ਉਹ ਸਾਰੇ 6 ਮਹੀਨਿਆਂ ਦੀ ਮਿਹਨਤ ਤੋਂ ਬਾਅਦ ਦਾ ਫਲ ਆ। ਤੁਸੀਂ ਕਿੰਨੇ ਪੈਸੇ ਵੱਟਦੇ ਹੋ, ਤੁਹਾਡੀ ਚੀਜ਼ ਦਾ ਕੀ ਮੁੱਲ ਪੈਂਦਾ। ਇਹ ਜਿਹੜਾ ਜਨਮ ਮਿਲਿਆ ਨਾ ਸਾਧ ਸੰਗਤ, ਇਹ ਜਿਹੜੇ ਜਿਹਨੂੰ ਭਗਤ ਰਵਿਦਾਸ ਜੀ ਕਹਿੰਦੇ ਨੇ ਬਹੁਤ ਜਨਮ, ਇਹ ਤਾਂ ਉਹ ਵਾਹਣ ਤਿਆਰ ਕਰਨਾ ਤੇ ਫਸਲ ਬੀਜਣੀ ਤੇ ਉਹਨੂੰ ਉਹਦਾ ਰਾਖੀ ਕਰਨੀ ਆ। ਪਰ ਜਿਹੜਾ ਇਹ ਮਾਨਸ ਦਾ ਚੋਲਾ ਮਿਲਿਆ ਨਾ, ਇਹਦਾ ਬਹੁਤ ਥੋੜਾ ਜਿਹਾ ਸਮਾਂ ਵਪਾਰ ਕਰਨ ਲਈ, ਨਾਮ ਦਾ ਵਪਾਰ ਕਰਨ ਲਈ ਬੜਾ ਥੋੜਾ ਜਿਹਾ ਦਾਇਰਾ ਹੈ। ਇਹਨੂੰ ਨਾ ਏਦਾਂ ਫਿਰ ਗਾਇਆ ਕਰੀਏ। ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, 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 ਗੋਬਿੰਦ ਮਿਲਣ ਕੀ ਇਹੋ ਤੇਰੀ ਬਰੀਆ, ਗੋਬਿੰਦ ਮਿਲਣ ਕੀ ਇਹੋ ਤੇਰੀ ਬਰੀਆ, ਗੋਬਿੰਦ ਮਿਲਣ ਕੀ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਗੋਬਿੰਦ ਮਿਲਣ ਕੀ ਇਹੋ 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 ਤੇਰੀ ਬਰੀਆ, ਗੋਬਿੰਦ ਮਿਲਣ ਕੀ ਭਈ ਪ੍ਰਾਪਤ ਮਨੁੱਖ ਤੇ ਹੋਈਆ, ਭਈ ਪ੍ਰਾਪਤ ਮਨੁੱਖ ਤੇ ਹੋਈਆ, ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਕੀ ਇਹੋ ਤੇਰੀ ਬਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਇਹ ਤੇਰੀ ਬਰੀਆ, ਗੋਬਿੰਦ ਮਿਲਣ ਕੀ ਇਹੋ ਤੇਰੀ ਬਰੀਆ, ਗੋਬਿੰਦ ਮਿਲਣ ਕੀ ਇਹੋ ਤੇਰੀ ਬਰੀਆ, ਗੋਬਿੰਦ ਮਿਲਣ ਕੀ। ਨੰਬਰ ਆਇਆ ਹੁਣ, ਕਹਿੰਦੇ ਬਹੁਤ ਜਨਮਾਂ ਤੋਂ ਬਾਅਦ, ਕਈ ਹਜ਼ਾਰਾਂ ਜਨਮਾਂ ਤੋਂ ਬਾਅਦ ਆ ਤੈਨੂੰ ਮੌਕਾ ਮਿਲਿਆ ਜੀ। ਇਹ ਤੂੰ ਹੀ ਇਹ ਜਿਹੜਾ ਤੈਨੂੰ ਜਨਮ ਮਿਲਿਆ ਨਾ, ਇਹਦੇ ਵਿੱਚ ਤੂੰ ਮਾਲਕ ਦੀ ਭਗਤੀ ਕਰ ਸਕਦਾ। ਤੇ ਭਗਤ ਜੀ ਕਹਿੰਦੇ ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਅਰਜ਼ੋਈ ਕੀਤੀ, ਕਹਿੰਦੇ ਜ਼ੋਰ ਕੋਈ ਨਹੀਂ ਜੇ ਸਾਡਾ, ਨਾ ਨਾ ਦਾਤਾ ਹਮ ਸਰ ਦੀਨ, ਦੀਨ ਉਹਨੂੰ ਕਹਿੰਦੇ ਨੇ
ਜਿਹਦਾ ਕੋਈ ਫੋਹ ਨਾ ਪੈਂਦਾ ਹੋਵੇ, ਜਿਹਦਾ ਕੋਈ ਵਸ ਨਾ ਜਿਹਦੇ ਚੱਲਦੀ ਹੋਵੇ। ਸਾਧ ਸੰਗਤ ਇਹ ਵੀ ਕਿਹਾ ਜਾ ਸਕਦਾ ਵੀ ਜਿਹਦੇ ਕੋਲੇ, ਜਿਹੜਾ ਚੱਕ ਕੇ ਆਪਣਾ ਭੋਜਨ ਪਾਣੀ ਵੀ ਨਾ ਕਰ ਸਕਦਾ ਹੋਵੇ, ਖਾਣ ਪਾਣ ਵੀ ਨਾ ਕਰ ਸਕਦਾ ਹੋਵੇ, ਲਾਚਾਰ ਹੋਵੇ, ਉਸ ਨੂੰ ਦੀਨ ਕਿਹਾ। ਤੇ ਭਗਤ ਜੀ ਕਹਿੰਦੇ ਹਮ ਸਰ ਦੀਨ ਦਾਤਾ, ਮੇਰੇ ਵਰਗਾ ਲਾਚਾਰ ਕੋਈ ਨਹੀਂ, ਤੇਰੇ ਵਰਗਾ ਦਿਆਲ ਕੋਈ ਨਹੀਂ। हम सर दीन दयाल न तुम सर, अब पत्यार कीजै क्या कीजै, दर्शन तोर मोर मन मानै, जन को पूर्ण दीजै। साध संगत रजोइयां तो सारा संसार करदा अमृत वेले, पर किसे दी ना उस डाढे दे दर तो प्रवान होके मुड़ आउंदी आ, किसे नूं समां लगदा। बाणी कहंदी सतगुर नूं सब को लोचदा, जेता जगत सब कोए, बिन भागां दर्श ना थिए, भागहीन बह रोए। सारा संसार उस मालक अगे अरजोई करदा, पर कोई बिरले बिरले हुंदे ने जिन्हां दी धुरों जाके मुड़ आउंदी आ अरदास, प्रवान होके मुड़ आउंदी आ। आ जिहड़ा पोह दा महीना लंघिया ना जी, इहदे विच गुरु गोबिंद सिंह महाराज साहब सच्चे पातशाह ने अपना सरबंस कौम दे धर्म दे लेखे ला दिता। ये नहीं भी कोई जताया भी मैं दत्ता, कहंदे नहीं नहीं दाता, ये तां तेरा ये जो मिलिया सी ना मैनू। साध संगत ये जो संसार ते मिलिया सीगा, आनंदपुर साहब मिलिया सी, मेरा पिता गुरु तेग बहादुर महाराज मिले सन, चारे लाल तू दाता मैनू दिते सी। इत्थे ध्यान रखियो, जन्म तुम्हारे लेखे, बहुत जन्म बिछरे थे माधो। दाता मेरा कुछ नहीं सी, चारे लाल मेरे नहीं सन, वो तो तेरे दिते हुए सन। आनंदपुर तेरा दिता ही, पिता तेरा दिता ही, माता तेरी दिती सी। सब दुनिया दे सुख आराम तेरे दिते हुए सन। कह सकदा कोई इदां बंदा? ना ना ना, नहीं कहा जा सकदा। सारी जिंदगी रब नूं अलांभे दिंदियां लंघ गई, मेरा ये नहीं बनिया, मेरा वो नहीं बनिया, इन्ना क रह गया, इन्ना क कर लिया, इन्ना क होण वाला, इन्ना क हो जाना। साध संगत जी, पर गुरु गोबिंद सिंह महाराज साहब सच्चे पातशाह ने, जिन्हां ने क्या मैं हूं परम पुरख को दासा, देखण आयो जगत तमाशा। मैनू भगत रविदास जी दे शब्द याद आ रहे ने, मैं आप जी नूं सुणाउणा। थोड़ा जिहा जमाना हुण बदल गया। अपने ना जादू दिखाउण वाले पिंडां च आम करके आउंदे हुंदे सी अगे। वो की करते हुंदे सी, आके ना डमरू खड़काउंदे, डमरू। साध संगत ते फिर सारा नगर जिहड़ा आ, सियाणे ब्याणे सारे इकट्ठे हो जाते। उहदे चों की करदे, कदे हवा चों कोई टेप रिकार्डर पैदा कर दिंदे,
ਹਵਾ ਚ ਇੱਧਰ ਇੱਧਰ ਹੱਥ ਕਰਦੇ ਤੇ ਕੱਪੜੇ ਕੱਪੜੇ ਪੈਦਾ ਕਰ ਦਿੰਦੇ, ਪੈਸੇ ਪੈਦਾ ਕਰ ਦਿੰਦੇ, ਖਾਣ ਵਾਲੀਆਂ ਚੀਜ਼ਾਂ ਕਰ ਦਿੰਦੇ, ਜਾਦੂ ਦਿਖਾਉਂਦੇ ਹੁੰਦੇ, ਜਾਦੂ। ਪਰ ਜਦੋਂ ਸਿਆਣੇ ਬੈਠੇ ਹੋ, ਜਦੋਂ ਉਹ ਜਾਂਦੇ ਨਾ ਨਗਰ ਚੋਂ, ਤਾਂ ਜਿਹੜੇ ਥੋੜੇ ਥੋੜੇ ਨਾ ਦਾਣੇ ਪਾਏ ਹੁੰਦੇ, ਜਾਂ ਤੁਸੀਂ ਕੋਈ 4 ਆਨੇ 2 ਆਨੇ 10 ਰੁਪਈਏ 5 ਰੁਪਈਏ ਦਿੱਤੇ ਹੁੰਦੇ, ਉਹ ਵੀ ਰਹਿ ਜਾਂਦੇ। ਜਿਹੜੀਆਂ ਚੀਜ਼ਾਂ ਦਿਖਾਈਆਂ ਨਾ ਉਹ ਨਹੀਂ ਰਹਿੰਦੀਆਂ। ਬਸ ਭਗਤ ਇਸੇ ਗੱਲ ਨੂੰ ਸਮਝਾਉਂਦੇ ਨੇ ਭਗਤ ਰਵਿਦਾਸ ਜੀ। ਕਹਿ ਰਵਿਦਾਸ ਬਾਜੀ ਜਗ ਪਾਈ। ਐਨ ਦੂਰ ਖੜ ਕੇ ਨਾ ਭਗਤ ਦੇਖ ਰਹੇ ਨੇ, ਦੂਰ ਖੜ ਕੇ ਸਾਰੀ ਚੀਜ਼ ਤੋਂ ਬਾਹਰ ਹੋ ਕੇ। ਕਹਿੰਦੇ ਦੁਨੀਆ ਦੇ ਲੋਕੋ, ਮੈਨੂੰ ਉਸ ਮਾਲਕ ਦਾ ਖੇੜਾ ਵੀ ਪਸੰਦ, ਮੈਨੂੰ ਉਸ ਮਾਲਕ ਦਾ ਖੇੜਾ ਵੀ ਸਮਝ ਆ ਗਿਆ, ਉਸ ਮਾਲਕ ਦਾ ਜਾਦੂ ਵੀ ਸਮਝ ਆ ਗਿਆ। ਕਹਿ ਰਵਿਦਾਸ ਬਾਜੀ ਜਗ ਪਾਈ। ਇੱਥੇ ਨਹੀਂ ਰੁਕੇ। ਉੱਚੇ ਮੰਦਰ ਸੁੰਦਰ ਨਾਰੀ, ਰਾਮ ਨਾਮ ਬਿਨ ਬਾਜੀ ਹਾਰੀ। ਆਂਦੇ ਬੜਾ ਸੋਹਣਾ ਘਰ ਸੀ, ਬੜੇ ਸੋਹਣੇ ਲਾਲ ਦਿੱਤੇ ਸੀ, ਬੜੀ ਸਿਆਣੀ ਘਰ ਵਾਲੀ ਸੀ, ਇਹਦੇ ਆਖੇ ਲੱਗਣ ਵਾਲੀ। ਪਰ ਇੱਕ ਖੇਡ ਨਹੀਂ ਖੇਡੀ ਇਹ ਦੁਨੀਆ ਦੇ, ਇਸ ਦੁਨੀਆ ਦੇ ਤਮਾਸ਼ੇ ਅੰਦਰ ਆ ਕੇ ਪਿਆਰਿਆ, ਇੱਕ ਖੇਡ ਨਹੀਂ ਖੇਡੀ ਤੇ ਤੂੰ ਤਾਂ ਬਾਜੀ ਹਾਰ ਕੇ ਚੱਲਿਆ ਦੁਨੀਆ ਤੋਂ। ਉਹ ਬਾਜੀ ਹਾਰ ਜਾਏਗਾ, ਉੱਚੇ ਮੰਦਰ ਨਾ ਵੇਖ। ਬਾਜੀ ਹਾਰ ਜਾਵੇਗਾ, ਉੱਚੇ ਮੰਦਰ ਨਾ ਵੇਖ। ਬਾਜੀ ਹਾਰ ਜਾਵੇਗਾ, ਉੱਚੇ ਮੰਦਰ ਨਾ ਵੇਖ। ਬਾਜੀ ਜਾਵੇਗਾ, ਉੱਚੇ ਮੰਦਰ ਨਾ ਵੇਖ। ਬਾਜੀ ਹਾਰ ਜਾਵੇਗਾ, ਉੱਚੇ ਮੰਦਰ ਨਾ ਵੇਖ। ਹਾਰ ਜਾਵੇਗਾ, ਉੱਚੇ ਮੰਦਰ ਨਾ ਵੇਖ। ਬਾਜੀ ਹਾਰ ਜਾਵੇਗਾ, ਬਾਜੀ ਹਾਰ ਜਾਵੇਗਾ, ਉੱਚੇ ਮੰਦਰ ਨਾ ਵੇਖ। 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 ਹਾਰ ਜਾਵੇਗਾ, ਉੱਚੇ ਮੰਦਰ ਨਾ ਵੇਖ। ਆਂਦੇ ਐਸੀ ਗੱਲ ਨਹੀਂ ਵੀ ਇਹ ਘਰੇ ਰਹਿਣਾ ਨਹੀਂ, ਘਰਦਿਆਂ ਨੂੰ ਸੰਭਾਲਣਾ ਨਹੀਂ, ਇਹੋ ਜਿਹੀ ਨਹੀਂ ਕੋਈ ਗੱਲ ਹੈ। ਪਰ ਕਹਿੰਦੇ ਇਹਨਾਂ ਨੂੰ ਵੇਖ ਕੇ ਨਾ, ਜਿਹੜੀ ਖੇਡ ਖੇਡਣ ਦੁਨੀਆ ਤੇ ਆਇਆ, ਉਹ ਕਿਹੜੀ ਖੇਡ ਆ? ਉਸ ਡਾਢੇ ਸੱਚੇ ਰੱਬ ਨਾਲ ਤੂੰ ਤਾਂ ਪ੍ਰੀਤੀਆਂ ਪਾਉਣ ਆਇਆ, ਤੂੰ ਤੇ ਨਾਮ ਦਾ ਵਪਾਰ ਕਰਨ ਆਇਆ। ਸਾਧ ਸੰਗਤ ਇੱਕ ਸਵਾਲ ਪੁੱਛਦਾ ਮੈਂ ਆਪ ਜੀ ਨੂੰ, ਕਦੇ ਕਦੇ ਮਨ ਵਿੱਚ ਇਹ ਖਿਆਲ ਨਹੀਂ ਆਇਆ ਵੀ ਜਿਹੜੀਆਂ ਇਹ ਅੱਖਾਂ ਲੱਗੀਆਂ ਨੇ, ਜਿਨ੍ਹਾਂ ਨਾਲ ਸਾਰਾ ਸੰਸਾਰ ਐਨ ਬੜਾ ਸਾਫ਼ ਸੁਥਰਾ ਦਿਖਦਾ, ਐ ਦੂਰ ਦਰਾਡੇ ਤੱਕ ਨਿਕਦਾ, ਇਹ ਕਿੰਨੀਆਂ ਬੇਸ਼ਕੀਮਤੀ ਨੇ। ਕਿਉਂ ਜੀ? ਮੈਂ ਆਪ ਜੀ ਨੂੰ ਸਵਾਲ ਪੁੱਛਦਾ ਵੀ ਜਿਹੜੀਆਂ ਇਹ ਅੱਖਾਂ ਲੱਗੀਆਂ ਨੇ, ਇਹਨਾਂ ਦਾ ਕੋਈ ਸਾਨੀ ਹੈ ਦੁਨੀਆ ਤੇ? ਕੋਈ ਚੀਜ਼ ਇਹਦੇ ਅੱਗੇ ਰੱਖ ਦਈਏ, ਕੋਈ ਕਿਸੇ ਦੀ ਜਾਇਦਾਦ ਰੱਖ ਦਈਏ, ਕਿਸੇ ਦੀ ਕੋਈ ਅਹੁਦਾ ਰੱਖ ਦਈਏ, ਇਹਨਾਂ ਦਾ ਸਾਨੀ ਹੈ? ਤੇ ਫਿਰ ਦੂਜਾ ਸਵਾਲ ਇਹ ਪੈਦਾ ਹੋਣਾ ਵੀ ਜੇ ਇਹਨਾਂ ਦਾ ਕੋਈ ਸਾਨੀ ਨਹੀਂ, ਇਹਨਾਂ ਦਾ ਕੋਈ ਮੁਕਾਬਲਾ ਨਹੀਂ ਇਹਨਾਂ ਅੱਖਾਂ ਦਾ, ਤੇ ਫਿਰ ਇਹ ਕਾਹਦੇ ਲਈ ਲਾਈਆਂ? ਕਾਹਦੇ ਲਈ ਲਾਈਆਂ? ਆਪਣੇ ਆਪ ਨੂੰ ਪੁੱਛਣਾ,
ਆਪਾਂ ਤਾਂ ਗੁਰੂ ਦੀ ਹਜ਼ੂਰੀ ਵਿੱਚ ਆਪਣੇ ਆਪ ਨੂੰ ਅਰਦਾਸ ਵਿੱਚ ਜੋੜਨ ਲਈ ਆਏ ਆ। ਆਪਣੇ ਆਪ ਨੂੰ ਪੁੱਛਣਾ ਵੀ ਮਨਾ ਇਹ ਅੱਖਾਂ ਕਾਹਦੇ ਲਈ ਲਾਈਆਂ। ਇਹ ਕੰਨ ਜਿਹੜੇ ਨੇ ਬੜੇ ਬੇਸ਼ਕੀਮਤੀ ਨੇ। ਆ ਦੁਨੀਆ ਦੇ ਕਿੰਨੇ ਸਾਜ਼, ਕਿੰਨੇ ਨਾਦ, ਕਿੰਨੇ ਸਾਧ ਸੰਗਤ ਰਾਗ ਇਹ ਕੰਨ ਸੁਣਦੇ ਨੇ। ਇਹ ਪੈਰ ਨੇ ਨਾ, ਹੈ ਕੋਈ ਦੁਨੀਆ ਤੇ ਇਹਨਾਂ ਦਾ ਸਾਨੀ। ਪਰ ਜੇ ਸੰਸਾਰ ਦੀ ਦੁਨੀਆ ਅੰਦਰ ਜਾ ਕੇ ਪੁੱਛੀਏ ਤੇ ਕਹਿਣਗੇ ਵੀ ਇਹ ਤੇ ਤੁਰਨ ਨੂੰ ਲਾਏ ਨੇ। ਅੱਖਾਂ ਕਹਿਣਗੇ ਅੱਖਾਂ ਦੇਖਣ ਨੂੰ ਲਾਈਆਂ ਨੇ, ਕੰਨ ਸੁਣਨ ਨੂੰ ਲਾਏ ਨੇ, ਜੀਭ ਬੋਲਣ ਨੂੰ ਲਾਈ ਆ। ਪਰ ਸਾਧ ਸੰਗਤ ਗੁਰੂ ਅਮਰਦਾਸ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੂੰ ਪੁੱਛੀਏ ਨਾ, ਉਹ ਜਵਾਬ ਦਿੰਦੇ ਨੇ। ਆਂਦੇ ਇਹ ਨੇਤਰੋ ਮੇਰਿਓ, ਆਂਦੇ ਇਹ ਅੱਖਾਂ ਨਾ, ਅੱਖਾਂ ਕਹਿੰਦੇ ਸਵਾਏ ਗੁਰੂ ਦੇ ਵੇਖਣ ਤੋਂ, ਸਵਾਏ ਮੇਰੇ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਦੇਖਣ ਤੋਂ ਇਹ ਹੋਰ ਕਿਸੇ ਕੰਮ ਦੀਆਂ ਨਹੀਂ। ਨਾ ਐਡੇ ਵੱਡੇ ਸਤਿਗੁਰੂ ਮਹਾਰਾਜ ਕਹਿੰਦੇ ਇਹ ਜਿਹੜੀਆਂ ਮੇਰੀਆਂ ਅੱਖਾਂ ਇਹ ਮੇਰੇ ਸਤਿਗੁਰ ਨੂੰ ਵੇਖਣ ਤੋਂ ਇਲਾਵਾ ਹੋਰ ਕਿਸੇ ਕੰਮ ਦੀਆਂ ਨਹੀਂ। ਇਹ ਸਰਵਣ ਹੋ ਮੇਰਿਓ, ਆਂਦੇ ਜਿਹੜੇ ਮੇਰੇ ਕੰਨ ਨੇ ਨਾ ਇਹ ਦੁਨੀਆ ਨੂੰ ਸੁਣਨ ਲਈ ਨਹੀਂ ਲਾਏ, ਇਹ ਤਾਂ ਮੇਰੇ ਸੋਹਣੇ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਬਚਨ ਸੁਣਨ ਲਈ ਲਾਏ ਨੇ। ਇਹ ਅੱਖਾਂ ਕੰਨ ਆਂਦੇ ਉਹ ਤਾਂ ਇੱਥੋਂ ਤੱਕ ਵੀ ਕਹਿੰਦੇ ਨੇ ਇਹ ਜਿਹੜਾ ਸਰੀਰ ਹੈ ਨਾ, ਆਂਦੇ ਦੁਨੀਆ ਲਈ ਨਹੀਂ ਲਾਇਆ, ਇਹ ਤਾਂ ਮੇਰੇ ਆਪਣੇ ਪਿਆਰਿਆਂ ਦੇ ਹਰਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਾਉਣ ਵਜਾਇਆ, ਇਹ ਮੇਰੇ ਸਤਿਗੁਰ ਦੇ ਗੁਣ ਗਾਉਣ ਲਈ ਲਾਇਆ। ਨੇਤਰੋ ਮੇਰਿਓ ਸਰਵਣੋ ਮੇਰਿਓ, ਚਰਨ ਆਂਦੇ ਜਿਹੜੇ ਪੈਰ ਨੇ ਇਹ ਤਾਂ ਮੇਰੇ ਗੁਰੂ ਦੇ ਦੀਦਾਰਿਆਂ ਨੂੰ ਜਾਣ ਲਈ ਲਾਏ ਨੇ। ਫਰਕ ਹੈ ਨਾ ਭਗਤਾਂ ਦਾ, ਗੁਰੂ ਦਾ ਤੇ ਸੰਸਾਰ ਦਾ ਹੀ ਫਰਕ ਆ। ਸਤਿਗੁਰ ਦੀ ਭਗਤਾਂ ਦੀ ਸਾਧ ਸੰਗਤ ਹਰ ਗੱਲ ਰੱਬ ਤੋਂ ਸ਼ੁਰੂ ਹੋ ਕੇ ਰੱਬ ਤੇ ਸਮਾਪਤ ਹੋ ਜਾਂਦੀ ਆ। ਸੰਸਾਰ ਦੀ ਹਰ ਗੱਲ ਸੰਸਾਰ ਤੋਂ ਸ਼ੁਰੂ ਹੋ ਕੇ ਸੰਸਾਰ ਦੇ ਵਿੱਚ ਖਤਮ ਹੋ ਜਾਂਦੀ ਆ। ਇਦਾਂ ਹੀ ਇਹੀ ਫਰਕ ਆ ਭਗਤਾਂ ਦਾ ਤੇ ਰੱਬ ਦਾ। ਸਾਧ ਸੰਗਤ ਜੀ ਤੇ ਜੇ ਇਹਨਾਂ ਅੱਖਾਂ ਨਾਲ ਗੁਰੂ ਦੇਖੇ ਤੋਂ ਬਗੈਰ ਹੀ ਮੁੜ ਗਏ, ਤੁਸੀਂ ਕਹੋਗੇ ਇਸ ਤਾਂ ਰੋਜ਼ ਗੁਰਦੁਆਰਾ ਸਾਹਿਬ ਜਾਂਦੇ ਆ, ਅਸੀਂ ਤੇ ਕਦੇ ਨਾਗਾ ਹੀ ਨਹੀਂ ਪਾਇਆ, ਸਾਨੂੰ ਤੇ 35 ਸਾਲ ਹੋ ਗਏ ਗੁਰੂ ਘਰ ਜਾਂਦਿਆਂ, ਸਾਨੂੰ ਤੇ 15 ਹੋ ਗਏ, 20 ਸਾਲ ਹੋ ਗਏ। ਇੱਕ ਸ਼ਬਦ ਅਸੀਂ ਵਰਤਦੇ ਆ ਸਾਧ ਸੰਗਤ, ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਜੀ। ਜਾਣਾ ਵੀ ਹੈ, ਇਹ ਗੱਲ ਨਹੀਂ ਜਾਣਾ ਨਹੀਂ, ਨਾ ਨਾ, ਪਰ ਅੱਗੇ ਇੱਕ ਗੱਲ ਸ਼ੁਰੂ ਹੁੰਦੀ ਹੈ, ਪਾਠ ਦਰਸ਼ਨ ਦੀਦਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ। ਕਿਉਂ ਸਾਧ ਸੰਗਤ ਪਾਠ ਦੇ ਦੀਦਾਰ ਕੀਤੇ ਨੇ? ਕਦੇ ਇਹਨਾਂ ਸੋਹਣੀਆਂ ਅੱਖਾਂ ਨਾਲ ਜਿਹੜੀਆਂ ਰੱਬ ਨੇ ਲਾ ਕੇ ਭੇਜੀਆਂ, ਕਦੇ ਬਾਣੀ ਦੇ ਦਰਸ਼ਨ ਕੀਤੇ ਆ ਵੀ ਇਹਦੇ ਵਿੱਚ ਕਿੰਨਾ ਸੋਹਣਾ ਮਹਾਰਾਜ ਨੇ ਕਮਾਲ ਕੀਤੀ ਹੋਈ ਆ? ਕਦੇ ਗੁਰੂ ਮੋਤੀ ਦੇ ਦਰਸ਼ਨ ਕੀਤੇ ਆ, ਗੁਰੂ ਦੇ ਦੀਦਾਰ ਕੀਤੇ ਆ? ਫਿਰ ਕਹੀਂ ਜਦੋਂ ਹੋ ਗਏ ਨਾ, ਫਿਰ ਕਹੀਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰ ਕੇ। ਪਹਿਲਾਂ ਪਾਠ ਕਰਨਾ ਸੌਖਾ ਜਿਹਾ ਗੱਲ ਸਮਝਾ ਦਿਆਂ, ਫਿਰ ਉਹਦੇ ਚੋਂ ਦਰਸ਼ਨ ਹੋਣਗੇ, ਦਰਸ਼ਨਾਂ ਤੋਂ ਬਾਅਦ ਦੀਦਨੇ ਹੋ ਜਾਣਗੇ, ਫਿਰ ਦੀਦਾਰ ਹੋ ਜਾਣਗੇ।
ਇਸ ਕਰਕੇ ਜੇ ਸਾਧ ਸੰਗਤ ਅੱਖਾਂ ਦੁਨੀਆ ਨੂੰ ਵੇਖ ਕੇ ਮੁੜ ਗਈਆਂ, ਫਿਰ ਜਿਹੋ ਜੀਆਂ ਆਈਆਂ ਤੇ ਜਿਹੋ ਜੀਆਂ ਨਾ ਆਈਆਂ। ਇਹ ਕੰਨ ਐਸੇ ਸਤਿਗੁਰੂ ਗੁਰੂ ਨਾਨਕ ਦੀ ਬਾਣੀ ਸੁਣੇ ਤੋਂ ਬਗੈਰ ਮੁੜ ਗਏ, ਜਿਹੋ ਜਿਹੇ ਆਏ ਤੇ ਜਿਹੋ ਜਿਹੇ ਨਾ ਆਏ। ਕੋਈ ਘਰੋਂ ਨਾ ਚਾਰ ਕਾਨੇ ਲੈ ਕੇ ਤੁਰਿਆ ਵਪਾਰ ਕਰਨ ਦੁਨੀਆ ਦੀ ਮੰਡੀ ਵਿੱਚ, ਉਹ ਜਿੰਨੇ ਕ ਲਿਆਇਆ ਉਹਨੇ ਕ ਲਾ ਲਏ ਤੇ ਉਹਨੇ ਕ ਖੱਟ ਲਏ, ਫਿਰ ਕਰਿਆ ਤੇ ਕੁਛ ਵੀ ਨਾ ਸਾਧ ਸੰਗਤ। ਐਵੇਂ ਭੁਲੇਖਾ ਹੀ ਆ ਵੀ ਜੇ 4-5 ਸਾਲ ਹੋਰ ਜਿਉਂ ਲਏ, 10 ਸਾਲ ਹੋਰ ਜਿਉਂ ਲਏ, ਫਿਰ ਤਾਂ ਕੀ ਕਰ ਦੇਣਾ ਪਿਆਰਿਆ, ਉਦਾਂ ਵਹਿਮ ਹੈ। ਪਰ ਜੇ ਗੁਰੂ ਦੇ ਦੀਦਾਰਿਆਂ ਤੋਂ ਬਗੈਰ ਅੱਖਾਂ, ਕੰਨ, ਸਰੀਰ ਇੱਥੋਂ ਜਾਂਦਾ ਰਿਹਾ ਨਾ, ਮਿੱਟੀ ਦੇ ਸਪੁਰਦ ਤਾਂ ਹੋ ਹੀ ਜਾਣਾ, ਮੇਰਾ ਵੀ ਹੋ ਜਾਣਾ, ਆਪ ਜੀ ਦਾ ਵੀ ਹੋ ਜਾਣਾ। ਪਤਾ ਨਹੀਂ ਕਿੰਨਿਆਂ ਕੁ ਦਾ ਹੋ ਗਿਆ, ਕਿੰਨਿਆਂ ਕੁ ਨੇ। ਬਾਬਾ ਫਰੀਦ ਕਹਿੰਦਾ ਮਿੱਟੀ ਪਈ ਅਤੋਲ ਵੀ, ਕੋਈ ਨਾ ਹੋਸੀ ਮਿੱਤ। ਕੋਠੇ ਮੰਡਪ ਮਾੜੀਆਂ, ਸਾਰਾ ਕੁਝ ਹੀ ਆ ਗਿਆ, ਸਾਡੇ ਚਵਾਰੇ ਵੀ ਆ ਗਏ, ਸਾਡੇ ਮਹਿਲ ਵੀ ਆ ਗਏ, ਸਾਡੇ ਘਰ ਵੀ ਆ ਗਏ। ਫਰੀਦਾ ਕੋਠੇ ਮੰਡਪ ਮਾੜੀਆਂ, ਇਤ ਨਾ ਲਾਏ ਚਿੱਤ। ਕਹਿੰਦੇ ਮੇਰੀ ਨਜ਼ਰ ਨਾ ਤੇ ਦੇਖੋ, ਬੇਸਾਬੀ ਮਿੱਟੀ ਪਈ ਆ, ਹੋਰ ਕੁਛ ਵੀ ਨਹੀਂ। ਨਾ ਨਾ ਇਤ ਨਾ ਲਾਏ ਚਿੱਤ, ਮਿੱਟੀ ਪਈ ਅਤੋਲ ਵੀ, ਕੋਈ ਨਾ ਹੋਸੀ ਮਿੱਤ। ਪੜਿਓ ਜਿਹੜਾ ਫਿਰ ਇਸੇ ਨੂੰ ਪਿਆਰ ਨਾਲ ਆਇਆ। ਮਿੱਟੀ ਪਈ ਅਤੋਲ ਵੀ, ਕੋਈ ਨਾ ਹੋਸੀ ਮਿੱਤ। ਮਿੱਟੀ ਪਈ ਅਤੋਲ ਵੀ, ਕੋਈ ਨਾ ਹੋਸੀ ਮਿੱਤ। ਮਿੱਟੀ ਪਈ ਅਤੋਲ ਵੀ, ਕੋਈ ਨਾ ਹੋਸੀ ਮਿੱਤ। ਪਈ ਅਤੋਲ ਵੀ, ਕੋਈ ਨਾ ਹੋਸੀ ਮਿੱਤ। ਕੋਈ ਨਾ ਹੋਸੀ ਮਿੱਤ। ਮਿੱਟੀ ਪਈ ਅਤੋਲ ਵੀ, 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 ਕੋਈ ਨਾ ਹੋਸੀ ਮਿੱਤ। ਪਈ ਅਤੋਲ ਵੀ, ਕੋਈ ਨਾ ਹੋਸੀ ਮਿੱਤ। ਬੇਸਾਬੀਆਂ ਦੇ ਮਿੱਟੀ ਲੱਗਦੀ ਆ, ਤੁਹਾਨੂੰ ਆਂਦੇ ਮਹਿਲ ਲੱਗਦੇ ਨੇ, ਤੁਹਾਨੂੰ ਘਰ ਲੱਗਦੇ ਨੇ। ਬਾਬਾ ਫਰੀਦ ਸਾਹਿਬ ਕਹਿੰਦੇ, ਪਰ ਕਹਿੰਦੇ ਮੈਨੂੰ ਤਾਂ ਬੇਸਾਬੀ ਮਿੱਟੀ ਲੱਗਦੀ ਆ। ਉਹ ਤਾਂ ਫਿਰ ਕਮਾਲ ਕਰਦੇ ਨੇ। ਫਰੀਦਾ ਧੂਲ ਸਕੇਲ ਕੇ ਪੁੜੀਆਂ ਬੰਨ੍ਹਦੀ ਦੇਹ। ਜਿਹੜਾ ਸਰੀਰ ਹੈ ਨਾ, ਬਾਬਾ ਫਰੀਦ ਸਾਹਿਬ ਕਹਿੰਦੇ ਪਿਆਰਿਆ, ਇਹ ਤਾਂ ਜਿਵੇਂ ਕੋਈ ਪੁੜੀ ਬੰਨ ਦਿੰਦਾ, ਏਦਾਂ ਕਰਕੇ ਸਾਰੀ ਮਿੱਟੀ ਮੁੱਟੀ ਇਕੱਠੀ ਕਰਕੇ ਆਂਦੇ ਤੇਰਾ ਸਰੀਰ ਬੰਨਿਆ ਹੋਇਆ। ਤੇ ਪੁੱਛਿਆ ਵੀ ਇਹ ਕਿੰਨਾ ਕੁ ਚਿਰ ਬੰਨੀ ਰਹਿਣੀ ਆ। ਫਰੀਦਾ ਧੂਲ ਸਕੇਲ ਕੇ ਪੁੜੀਆਂ ਬੰਨ੍ਹਦੀ ਦੇ। ਪੁੱਛਿਆ ਭਗਤ ਨੂੰ, ਬਾਬਾ ਫਰੀਦ ਜੀ ਕਿੰਨਾ ਕੁ ਚਿਰ ਬੰਨੀ ਰਹਿਣੀ ਆ। ਆਂਦੇ ਦਿਵਸ ਦਿਵਸ ਚਾਰ ਕੋ ਪੇਖਣਾ, ਅੰਤ ਖੇ ਕੀ ਖੇ। ਇਹਨੂੰ ਬਾਣੀ ਨੇ ਇਦਾਂ ਵੀ ਕਿਹਾ, ਕੂੜ ਕੂੜੇ ਨਿਉ ਲੱਗਿਆ, ਵਿਸਰਿਆ ਕਰਤਾਰ। ਕਿਸ ਨਾਲ ਕੀਚਾ ਦੋਸਤੀ, ਸਭ ਜਗ ਚੱਲਣ ਹਾਰ। ਜਿਹੜਾ ਮਿੱਟੀ ਹੁੰਦੀ ਆ ਨਾ ਜੀ, ਉਹ ਮਿੱਟੀ ਤੇ ਜਾ ਕੇ ਪਾ ਤੇ ਉਹ ਵੀ ਮਿੱਟੀ ਆ ਤੇ ਉਹ ਵੀ ਮਿੱਟੀ ਆ। ਤੇ ਪਰ ਮੈਂ ਇੱਥੇ ਬਾਣੀ ਦੀ ਗੱਲ ਕਰਾਂ, ਬਾਣੀ ਕਹਿੰਦੀ ਕੂੜਾ ਕੂੜੇ ਤੇ ਸੁੱਟੀਏ ਨਾ, ਉਸ ਕੂੜੇ ਦਾ ਕੋਈ ਫਰਕ ਹੈ ਨਾ ਉਸ ਕੂੜੇ ਦਾ ਫਰਕ ਹੈ।
ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਕੂੜ ਮੰਡਪ ਕੂੜ ਮਾੜੀ ਕੂੜ ਬੈਸਣ ਹਾਰ ਕੂੜ ਸੋਇਨਾ ਕੂੜ ਰੂਪਾ ਕੂੜ ਪਹਿਨਣ ਹਾਰ। ਮੰਡਪ ਕਹਿੰਦੇ ਨੇ ਜਿੱਥੇ ਆ ਮੰਡਪ ਲੱਗਿਆ ਹੋਇਆ ਹੈ, ਇਹਨੂੰ ਇੱਕ ਇਹ ਮੰਡਪ ਹੈ, ਇੱਕ ਉਹ ਮਾਲਕ ਦਾ ਸੰਸਾਰ ਦਾ ਮੰਡਪ ਹੈ। ਸਾਧ ਸੰਗਤ ਜੀ, ਕੂੜ ਮੰਡਪ ਕੂੜ ਮਾੜੀ ਜਿਹੜੇ ਵਿੱਚ ਬੈਠੇ ਨੇ ਉਹ ਵੀ ਕਹਿੰਦੇ ਕੂੜ ਦੇ ਬਣੇ ਹੋਏ। ਕੂੜ ਸੋਇਨਾ ਕੂੜ ਰੂਪਾ, ਆ ਜਿਹੜਾ ਰੂਪ ਆ ਇਹ ਵੀ ਕੂੜ ਆ। ਇਹ ਸੱਚ ਕੀ ਆ ਫਿਰ? ਕਹਿੰਦੇ ਕੂੜ ਕੂੜੇ ਨਿਉ ਲੱਗਾ। ਹੈਰਾਨੀ ਇਸ ਗੱਲ ਦੀ ਹੈ ਵੀ ਕੂੜ ਦਾ ਕੂੜ ਨਾਲ ਹੀ ਪਿਆਰ ਹੈ, ਸੱਚ ਦੀ ਕੋਈ ਗੱਲ ਨਹੀਂ। ਕੂੜ ਕੂੜੇ ਨਿਉ ਲੱਗਾ ਵਿਸਰਿਆ ਕਰਤਾਰ, ਕਿਸ ਨਾਲ ਕੀਚੈ ਦੋਸਤੀ ਸਭ ਜਗ ਚੱਲਣ ਹਾਰ। ਹੱਦ ਹੋ ਗਈ, ਇੱਥੇ ਕੋਈ ਨਹੀਂ ਰਿਹਾ। ਜਿਹੜੇ ਬਚਪਨ ਦੇ ਸਾਥੀ ਸਾਧ ਸੰਗਤ ਅੱਜ ਨਜ਼ਰ ਮਾਰਦਾ, ਕਦੇ ਇੱਧਰ ਦੇਖਦਾ ਕਦੇ ਇੱਧਰ ਦੇਖਦਾ, ਕਿੱਥੇ ਨੇ? ਜਿਨ੍ਹਾਂ ਨਾਲ ਸਾਰਾ ਦਿਨ ਆੜੀਆਂ ਨਾਲ ਖੇਡਦਾ ਹੁੰਦਾ, ਅੱਜ ਉਹਨਾਂ ਦਾ ਕੋਈ ਸੁਪਨਾ ਵੀ ਨਹੀਂ ਆਉਂਦਾ। ਬਚਪਨ ਦੇ ਨਾਲ ਬਚਪਨ ਦੇ ਸਾਥੀ ਆਏ, ਜਵਾਨੀ ਦੇ ਨਾਲ ਜਵਾਨੀ ਦੇ ਸਾਥੀ ਆਏ। ਇਕੱਲੇ ਜਵਾਨੀ ਦੇ ਸਾਥੀ ਨਹੀਂ ਗਏ, ਜਵਾਨੀ ਵੀ ਚਲੇ ਗਈ। ਉਹ ਜਲਵਾ ਕਿੱਧਰ ਗਿਆ? ਮੈਂ ਆਪ ਜੀ ਨੂੰ ਇੱਥੇ ਬੇਨਤੀ ਕਰਾਂ, ਉਹ ਜਲਵਾ ਕਿੱਧਰ ਗਿਆ? ਜਦੋਂ ਕਹਿੰਦਾ ਸੀ ਵੀ ਥਕੇਵਾਂ ਆਉਂਦਾ ਹੀ ਨਹੀਂ, ਨਾ ਦਿਨੇ ਆਉਂਦਾ ਨਾ ਰਾਤ ਨੂੰ ਆਉਂਦਾ। ਜਦੋਂ ਕਹਿੰਦਾ ਸੀ ਵੀ ਨਾ ਨੀਂਦ ਆਉਂਦੀ ਨਹੀਂ, ਜੀ ਕਰਦਾ ਕੰਮ ਹੀ ਕਰੀ ਜਾਈਏ, ਉਹ ਜਲਵਾ ਕਿੱਧਰ ਗਿਆ? ਉਹ ਬਸੰਤ ਰੁੱਤ ਜਵਾਨੀ ਵਾਲੀ ਕਿੱਧਰ ਗਈ? ਬਚਪਨ ਗਿਆ, ਜਵਾਨੀ ਗਈ, ਹੁਣ ਬੁਢੇਪਾ ਆਇਆ ਹੈ। ਇਹਨੂੰ ਬਾਣੀ ਨੇ ਇਉਂ ਵੀ ਕਿਹਾ, ਇਹਨੂੰ ਜਰਾ ਰੋਗ ਕਿਹਾ ਬੁਢੇਪੇ ਨੂੰ, ਜਿਹਨੂੰ ਜਰ ਲੱਗ ਜਾਂਦੀ ਆ। ਕਦੇ ਅੱਖਾਂ ਦੁੱਖ ਤੋਂ ਦਿਸਣੋਂ ਹਟਦਾ, ਕਦੇ ਗੋਡੇ ਦੁਖਦੇ ਨੇ, ਕਦੇ ਪੈਰ ਦੁਖਦੇ ਨੇ, ਕਦੇ ਲੱਤਾਂ ਬਾਹਾਂ ਸਰੀਰ ਦੁਖਦਾ। ਪਾਤਸ਼ਾਹ ਕਹਿੰਦੇ ਕਸਰ ਕੋਈ ਬਾਣੀ ਛੱਡਦੀ ਨਹੀਂ। ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਕਹਿੰਦੇ ਜਿੰਨਾ ਚੱਕਰ ਸਰੀਰ ਤੇਰਾ ਵਧੀਆ ਕੰਮ ਕਰਦਾ, ਜਬ ਲਗ ਬਿਕਲ ਭਈ ਨਹੀਂ ਬਾਣੀ, ਜਿੰਨਾ ਚੱਕਰ ਇਹ ਬਾਣੀ ਜਿਹੜੀ ਆ ਥੁਥਲਾਉਂਦੀ ਨਹੀਂ, ਗੱਲ ਭੁੱਲਦੀ ਨਹੀਂ। ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲਗ ਬਿਕਲ ਭਈ ਨਹੀਂ ਬਾਣੀ। ਭਜ ਲੈ ਰੇ ਮਨ ਸਾਰੰਗ ਪਾਣੀ, ਅਬ ਨਾ ਭਜਸ ਭਜਸ ਕਬ ਭਾਈ, ਆਵੇ ਅੰਤ ਨਾ ਭਜਿਆ ਜਾਈ। ਦੇਖੋ ਨਿਸ਼ਾਨੀਆਂ ਦੇ ਦੇ, ਕਹਿੰਦੇ ਨਿਸ਼ਾਨੀਆਂ ਤਾਂ ਕੋਈ ਦੇਵੇ ਰੱਬ, ਦੇ ਤਾਂ ਦਿੱਤੀਆਂ। ਕਹਿੰਦੇ ਜਬ ਲਗ ਬਿਕਲ ਭਈ ਨਹੀਂ ਬਾਣੀ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲਗ ਜਰਾ ਰੋਗ ਨਹੀਂ ਆਇਆ। ਜਿੰਨਾ ਚਿਕਰ ਇਹ ਸਭ ਚੀਜ਼ਾਂ ਕੰਮ ਕਰਦੀਆਂ ਨੇ, ਅੱਖਾਂ ਨੈਣ ਰਸਨਾ, ਭਜ ਲੈ ਰੇ ਮਨ ਸਾਰੰਗ ਪਾਣੀ। ਫੇਰ ਭਜਿਆ ਨਹੀਂ ਜਾਣਾ, ਜਦੋਂ ਅੰਤ ਵੇਲਾ ਅੱਗੇ ਆ ਗਿਆ। ਫੇਰ ਭਜਿਆ ਨਹੀਂ ਜਾਣਾ, ਅੰਤ ਵੇਲਾ ਅੱਗੇ ਆ ਗਿਆ। ਫੇਰ ਭਜਿਆ ਨਹੀਂ ਜਾਣਾ, ਵੇਲਾ ਅੱਗੇ ਆ ਗਿਆ। ਦੇਖੋ ਫੇਰ ਭਜਿਆ ਨਹੀਂ ਜਾਣਾ, ਅੰਤ ਵੇਲਾ ਅੱਗੇ ਆ ਗਿਆ। ਉਹ ਤੈਥੋਂ ਫੇਰ ਭਜਿਆ ਨਹੀਂ ਜਾਣਾ, ਅੰਤ ਵੇਲਾ ਅੱਗੇ ਆ ਗਿਆ। ਤੇਥੋਂ ਫੇਰ ਭਜਿਆ ਨਹੀਂ ਜਾਣਾ, ਅੰਤ ਵੇਲਾ ਅੱਗੇ ਆ ਗਿਆ।
ਭੱਜਿਆ ਹੀ ਜਾਣਾ ਤੇ ਨਾ ਭੱਜਿਆ ਹੀ ਜਾਣਾ, ਦੋਵੇਂ ਗੱਲਾਂ ਨੇ, ਦੋਵੇਂ ਅਰਥ ਨੇ ਇਹਦੇ। ਭੱਜਣ ਤੋਂ ਵੀ, ਭੱਜਣ ਵਾਲਾ ਕਹਿੰਦੇ ਨਾ ਭੱਜਿਆ ਹੀ ਜਾਣਾ ਨਾ ਭੱਜਿਆ ਹੀ ਜਾਣਾ। ਇਸ ਕਰਕੇ ਇਹ ਜਿਹੜਾ ਸਰੀਰ ਮਿਲਿਆ ਨਾ ਜੀ, ਇਹ ਉਸ ਡਾਢੇ ਦੇ ਗੁਣ ਗਾਉਣ ਲਈ ਮਿਲਿਆ, ਉਸ ਰੱਬ ਦੀ ਇਬਾਦਤ ਕਰਨ ਲਈ ਮਿਲਿਆ। ਬਹੁਤ ਬੇਸ਼ਕੀਮਤੀ ਆ, ਇਹਦਾ ਕੋਈ ਮੁਕਾਬਲਾ ਨਹੀਂ ਹੈ, ਨਾ ਨਾ, ਇਹਦੇ ਵਰਗਾ ਦੂਜਾ ਕੋਈ ਨਹੀਂ ਹੈ, ਦੂਜੀ ਮਿਸਾਲ ਕੋਈ ਨਹੀਂ, ਕਿਉਂਕਿ ਉਹਦੀ ਰੱਬ ਦੀ ਕੋਈ ਮਿਸਾਲ ਨਹੀਂ ਹੈ। ਤੇ ਜੇ ਰੱਬ ਨੇ ਜਿਹੜੀ ਚੀਜ਼ ਬਣਾਈ ਹੈ ਉਹਦਾ ਵੀ ਮੁਕਾਬਲਾ ਕੋਈ ਨਹੀਂ ਕੀਤਾ ਜਾ ਸਕਦਾ, ਨਾ ਨਾ। ਆਓ ਇੱਕ ਰੱਬ ਦੀ ਭਗਤਣੀ ਹੈ। ਮੈਂ ਇੱਥੋਂ ਗੱਲ ਆਰੰਭ ਕੀਤੀ ਸੀ ਨਾ, ਅਰਦਾਸਾਂ ਸਾਰਾ ਸੰਸਾਰ ਕਰਦਾ, ਕਿਸੇ ਦੀ ਦਰ ਤੇ ਜਾ ਕੇ ਮਨਜ਼ੂਰ ਹੋ ਜਾਂਦੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਆਨੰਦਪੁਰ ਸਾਹਿਬ ਛੱਡ ਕੇ ਸਰਸਾ ਦੇ ਕੰਢੇ ਤੇ ਆਪਣੇ ਪਰਿਵਾਰ ਦੇ 3 ਹਿੱਸੇ ਕਰਕੇ ਚਮਕੌਰ ਦੀ ਗੜੀ ਅੰਦਰ ਉਹ ਬਚਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੰਪੂਰਨ ਕਰਕੇ, ਸਵਾ ਲਾਖ ਸੇ ਏਕ ਲੜਾऊं ਤਬੇ ਗੋਬਿੰਦ ਸਿੰਘ ਨਾਮ ਕਹਾऊं। ਉਸ ਮਹਾਨ ਸਤਿਗੁਰੂ ਯੋਧੇ ਨੇ ਜਿੱਥੇ ਇਹ ਬਚਨ ਪੂਰਾ ਕੀਤਾ, ਉਹ ਚਮਕੌਰ ਦੀ ਗੜੀ ਅੰਦਰ ਵੀ ਇੱਕ ਸਿੱਖ ਸਵਾ ਲੱਖ ਨਾਲ ਲੜਾਇਆ ਜੀ। ਉਹ ਦੁਨੀਆ ਦਾ ਮਹਾਨ ਯੁੱਧ ਜਿੱਤ ਕੇ, ਜਿੱਥੇ ਇੱਕ ਪਾਸੇ 40 ਭੁੱਖਣ ਭਾਣੇ ਸਿੱਖ ਨੇ ਔਰ ਇੱਕ ਪਾਸੇ 10 ਲੱਖ ਫੌਜ ਆ, ਸਤਿਗੁਰ ਸੱਚੇ ਪਾਤਸ਼ਾਹ ਉਹ ਮਹਾਨ ਯੁੱਧ ਜਿੱਤ ਕੇ ਅੱਗੇ ਮਾਛੀਵਾੜੇ ਦੇ ਜੰਗਲਾਂ ਵਿੱਚ ਪਹੁੰਚਦੇ ਨੇ, ਜਿੱਥੇ ਸਤਿਗੁਰ ਨੇ ਆਪਣੇ ਪਿਆਰੇ ਦਾ ਇਲਾਹੀ ਗੀਤ ਗਾਇਆ, ਉਸ ਮਾਲਕ ਦਾ ਸ਼ੁਕਰਾਨਾ ਕੀਤਾ। ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜ਼ਾਈਆਂ ਦਾ ਓਢਣਾ, ਨਾਗ ਨਿਵਾਸਾਂ ਦੇ ਰਹਿਣਾ, ਸੂਲ ਸੁਰਾਹੀ ਖੰਜਰ ਪਿਆਲਾ, ਬਿੰਗ ਕਸਾਈਆਂ ਦਾ ਸਹਿਣਾ। ਯਾਰੜੇ ਦਾ ਸਾਨੂੰ ਸੱਥਰ ਚੰਗਾ, ਸਾਨੂੰ ਸੱਥਰ ਚੰਗਾ। ਹੈਰਾਨ ਹੋ ਜਾਈਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਚਨ ਸੁਣ ਕੇ। ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਦਾਤਾ ਸੱਥਰ ਵਿੱਚ ਦੁੱਖ ਹੁੰਦਾ, ਕਿਸੇ ਦਾ ਵਿਛੋੜਾ ਹੁੰਦਾ, ਬਿਰਲਾਪ ਹੁੰਦਾ, ਪਰ ਦਾਤਾ ਜਿਹੜਾ ਤੇਰਾ ਸੱਥਰ ਹੈ ਨਾ ਮਾਲਕਾ, ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਯਾਰੜੇ ਦਾ ਸੱਥਰ, ਉਹਦੇ ਵਿੱਚ ਵੀ ਵਿਛੋੜਾ ਹੈ, ਦੁੱਖ ਆ, ਪਰ ਫਿਰ ਵੀ ਦਾਤਾ ਇੱਕ ਵੱਖਰਾ ਜਿਹਾ ਸਕੂਨ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਯਾਰੜੇ ਦੇ ਸੱਥਰ ਵਿੱਚ 43 ਸਾਲ ਦੀ ਉਮਰ ਵਿੱਚ ਇੱਕ ਦਿਨ ਵੀ ਘਰੇ ਆਰਾਮ ਕਰਨ ਨੂੰ ਨਹੀਂ ਮਿਲਿਆ, ਨਾ ਨਾ। 3 ਸਾਲ ਆਪਣੇ ਪਿਤਾ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਗੋਦ ਦਾ ਆਨੰਦ ਮਾਣਿਆ, 3 ਸਾਲ ਸਿਰਫ। ਤੇ ਸਾਧ ਸੰਗਤ 9 ਸਾਲ ਦੀ ਉਮਰ ਵਿੱਚ ਯਾਰੜੇ ਦਾ ਸੱਥਰ, 9 ਸਾਲ ਦੀ ਉਮਰ ਅੰਦਰ ਦੁਨੀਆ ਵਾਲਿਆਂ ਨੇ ਟੋਕਰੀ ਵਿੱਚ ਸਜਾ ਕੇ ਆਪਣੇ ਪਿਤਾ ਦਾ ਸਤਿਗੁਰ ਦਾ ਸੀਸ ਘੱਲ ਦਿੱਤਾ। ਧੜ ਨਹੀਂ ਜੇ ਆਈ, ਨਾ ਨਾ, ਸੀਸ ਆਇਆ ਕੱਲਾ। 9 ਸਾਲ ਕਿੰਨੀ ਕੁ ਉਮਰ ਹੁੰਦੀ ਸਾਧ ਸੰਗਤ? ਯਾਰੜੇ ਦਾ ਸੱਥਰ ਦੀ ਮੈਂ ਗੱਲ ਕਰ ਰਿਹਾ। ਉਹ ਆਨੰਦਪੁਰ ਨਗਰੀ
ਜਿਹੜੀ ਸਤਿਗੁਰ ਨੇ ਵਸਾਈ ਉਹ ਛੱਡੀ ਆਪਣੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਤੇ ਜੁਝਾਰ ਉਸ ਯਾਰੜੇ ਦੇ ਸੱਥਰ ਵਿੱਚ ਸ਼ਹੀਦ ਹੋਏ ਨੇ। ਛੋਟੇ ਲਾਲ ਬਾਬਾ ਜੋਰਾਵਰ ਸਿੰਘ ਸਾਹਿਬ, ਬਾਬਾ ਫਤਿਹ ਸਿੰਘ ਸਾਹਿਬ ਸ਼ਹੀਦ ਹੋਏ ਨੇ। ਪਰ ਮਹਾਰਾਜ ਨੇ ਨਾ ਉਥੇ ਉਹ ਠੰਡੀ ਰੁੱਤ ਵਿੱਚ ਟਿੰਡ ਦਾ ਸਰਾਣਾ ਲਾ ਕੇ ਬੜੇ ਮਿੱਠੇ ਸੁਰ ਵਿੱਚ ਆਪਣੇ ਮਾਲਕ ਦਾ ਸ਼ੁਕਰਾਨਾ ਕੀਤਾ। ਦਾਤਾ ਯਾਰੜੇ ਦਾ ਸਾਨੂੰ ਸੱਥਰ ਚੰਗਾ, ਭੱਟ ਖੇੜਿਆਂ ਦਾ ਰਹਿਣਾ। ਮਾਲਕ ਤੇਰਾ ਜਿਹੜਾ ਸੱਥਰ ਹੈ ਨਾ ਉਹਦੇ ਵਿੱਚ ਹੀ ਸਾਨੂੰ ਖੁਸ਼ੀ ਆ, ਸਾਨੂੰ ਚਾਅ ਹੈ, ਸੁੱਖ ਆ। ਤੇ ਸਾਧ ਸੰਗਤ ਹੁਣ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਦਮਦਮਾ ਸਾਹਿਬ ਦੀ ਪਾਵਨ ਧਰਤੀ ਤੇ ਪਹੁੰਚੇ ਨੇ, ਜਿਹਨੂੰ ਗੁਰੂ ਕਾਸ਼ੀ ਕਿਹਾ। ਇੱਕ ਕਾਸ਼ੀ ਉਹ ਹੈ ਜਿਹੜਾ ਸਨਾਤਨ ਧਰਮ ਦਾ ਤੀਰਥ ਆ, ਜਿੱਥੇ ਜਿਹੜਾ ਸਨਾਤਨ ਧਰਮ ਵਿੱਚ ਜਨਮ ਲੈਂਦਾ ਉਹ ਉੱਥੇ ਆਪਣੇ ਆਪ ਨੂੰ ਵਡਭਾਗੀ ਸਮਝਦਾ ਵੀ ਮੈਂ ਕਾਸ਼ੀ ਜਾ ਕੇ ਇਸ਼ਨਾਨ ਕੀਤਾ, ਦਰਸ਼ਨ ਦੀਦਾਰ ਕੀਤੇ ਨੇ। ਪਰ ਇੱਥੇ ਜਿਹੜਾ ਦਮਦਮਾ ਸਾਹਿਬ ਧਰਤੀ ਹੈ ਇਹ ਗੁਰੂ ਕਾਸ਼ੀ ਹੈ। ਕਿਉਂ? ਕਿਉਂਕਿ ਇੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਯੁੱਗ ਬਦਲਣ ਵਾਲੇ ਦਾਤਾ, ਸਰਬੰਸ ਦਾਨੀ, ਮਰਦ ਅਗੰਮੜਾ, ਬਰਿਆਮ ਅਕੇਲਾ, ਉਹਨਾਂ ਨੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਲੜੀਵਾਰ ਕਥਾ ਕੀਤੀ। ਇਸ ਕਰਕੇ ਗੁਰੂ ਕਾਸ਼ੀ ਬਣਿਆ। ਦਮਦਮਾ ਸਾਹਿਬ ਤਾਂ ਬਣਿਆ ਕਿਉਂਕਿ ਸਾਰੇ ਜੰਗਾਂ ਯੁੱਧਾਂ ਤੋਂ ਬਾਅਦ ਸਤਿਗੁਰਾਂ ਨੇ ਆਪਣਾ ਕਮਰ ਕਸਾ ਇੱਥੇ ਖੋਲਿਆ, ਦਮ ਲਿਆ, ਇਸ ਲਈ ਇਹਨੂੰ ਦਮਦਮਾ ਸਾਹਿਬ ਕਹਿੰਦੇ ਨੇ। ਤੇ ਸਾਧ ਸੰਗਤ ਤਾਜਾਂ ਬਾਜਾਂ ਵਾਲੇ ਸਤਿਗੁਰੂ, ਕਦੇ ਕਦੇ ਹੈਰਾਨ ਹੋ ਜਾਈਦਾ ਇਤਿਹਾਸ ਪੜ੍ਹ ਕੇ ਨਾ। ਸਾਧ ਸੰਗਤ ਗੁਰੂ ਗੋਬਿੰਦ ਸਿੰਘ ਮਹਾਰਾਜ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਅਰਥ ਕਰਦੇ ਹੋਣਗੇ ਤੇ ਜਿਹੜੇ ਉਹ 48 ਸੱਜਣ ਸੰਗਤ ਜਿਹੜੀ ਸਾਹਮਣੇ ਬੈਠ ਕੇ ਸੁਣਦੀ ਹੋਵੇਗੀ ਉਹ ਕਿੰਨੇ ਵਡਭਾਗੀ ਹੋਣਗੇ। ਸੁਣਾਉਣ ਵਾਲੇ, ਗੁਰਬਾਣੀ ਦਾ ਅਰਥ ਕਰਨ ਵਾਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਆ। ਇੱਥੇ ਕਹਿੰਦੇ ਬਾਬਾ ਦੀਪ ਸਿੰਘ ਸਾਹਿਬ ਤੇ ਭਾਈ ਮਣੀ ਸਿੰਘ ਸਾਹਿਬ ਨੇ ਉਸ ਕਲੰਗੀਆਂ ਵਾਲੇ ਪਾਤਸ਼ਾਹ ਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਬਾਣੀ ਦੇ ਅਰਥ ਸਰਵਣ ਕੀਤੇ। ਐਵੇਂ ਨਹੀਂ ਬਿਨਾਂ ਧੜ ਤੋਂ ਤੇ ਸੀਸ ਤੋਂ ਐਵੇਂ ਨਹੀਂ ਲੜਿਆ ਜਾਂਦਾ। ਜਿਨ੍ਹਾਂ ਅੰਦਰ ਬਾਣੀ ਸਮਾ ਜਾਂਦੀ ਹੈ ਨਾ ਜੀ, ਉਹ ਫਿਰ ਇਹ ਕੌਤਕ ਕਰ ਦਿੰਦੇ ਨੇ। ਐਵੇਂ ਨਹੀਂ ਬੰਦ ਕਟਵਾਇਆ ਜਾਂਦਾ, ਐਵੇਂ ਨਹੀਂ ਆਪਣੇ ਸਰੀਰ ਦਾ ਕੀਮਾ ਕਰਵਾਇਆ ਜਾਂਦਾ। ਜਿਨ੍ਹਾਂ ਨੇ ਬਾਣੀ ਆਪਣੇ ਹਿਰਦੇ ਵਿੱਚ ਵਸਾਈ ਉਹ ਬਾਣੀ ਦਾ ਰੂਪ ਹੋ ਗਏ, ਕਿਉਂਕਿ ਇਹ ਬਾਣੀ ਮਹਾਂਪੁਰਖ ਕੀ ਨਿਚ ਘਰ ਗੁਰਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ। ਇਹ ਬਾਣੀ ਮਹਾਂਪੁਰਖ ਕੀ ਨਿਚ ਘਰ। ਇੱਥੇ ਉਹ ਮਹਾਨ ਯੋਧੇ ਬਾਬਾ ਦੀਪ ਸਿੰਘ ਸਾਹਿਬ ਤੇ ਭਾਈ ਮਣੀ ਸਿੰਘ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਜਦੋਂ ਕਥਾ ਕਰਦੇ ਨੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ, ਉਹ ਸਰਵਣ ਕਰਦੇ ਰਹੇ। ਤੇ ਸਾਧ ਸੰਗਤ ਇੱਥੇ ਨਾ ਪਾਤਸ਼ਾਹ ਆਪਣੇ ਸਿੱਖਾਂ ਨੂੰ ਰੋਜ਼ ਕਹਿੰਦੇ ਨੇ, ਆਂਦੇ ਨਾ ਅੰਦਰ ਦਿਲ ਅੰਦਰ ਖਿੱਚ ਪੈਂਦੀ ਹੈ, ਜਿਵੇਂ ਕੋਈ ਆਪਣਾ ਪਿਆਰਾ ਨਾ
ਬੜੀ ਬੇਚੈਨੀ ਨਾਲ ਯਾਦ ਕਰ ਰਿਹਾ ਹੋਵੇ, ਕੋਈ ਜਿਵੇਂ ਆਪਣੇ ਹਿਰਦੇ ਤੋਂ ਨਾ ਸਾਨੂੰ ਪੁਕਾਰ ਰਿਹਾ ਹੋਵੇ। ਇਸ ਮਾਲਵੇ ਦੀ ਧਰਤੀ ਤੇ ਮਾਲਵੇ ਦੇਸ਼ ਅੰਦਰ ਸਾਨੂੰ ਖਿੱਚ ਪੈ ਰਹੀ ਆ, ਕੋਈ ਬੁਲਾ ਰਿਹਾ। ਆ ਜਿਹੜਾ ਬੰਬੀਹਾ ਹੁੰਦਾ ਨਾ ਜੀ, ਜਿਹਨੂੰ ਪਪੀਹਾ ਕਹਿੰਦੇ ਨੇ, ਇਹਦਾ ਜਿਹੜੀ ਕੁਰਲਾਹਟ ਆ ਨਾ, ਜਿਹੜਾ ਇਹਦੇ ਜਿਹੜੇ ਬੋਲ ਨੇ ਬੜੇ ਦਰਦ ਭਰੇ ਹੁੰਦੇ ਨੇ। ਇਸ ਕਰਕੇ ਬਾਣੀ ਨੇ ਵਾਰ-ਵਾਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਜਦੋਂ ਪਿਆਰ ਦੀ ਤੇ ਵਿਰਾਗ ਦੀ ਗੱਲ ਕੀਤੀ, ਉਦੋਂ ਬਬੀਹੇ ਦਾ ਉਦਾਹਰਣ ਬਹੁਤ ਦਿੱਤਾ। ਤੇ ਜਿਨ੍ਹਾਂ ਨੇ ਕਦੇ ਸੁਣਿਆ ਹੋਵੇ ਜਾਂ ਜਾਣਿਆ ਹੋਵੇ, ਕਹਿੰਦੇ ਇਹ ਇਦਾਂ ਬੋਲਦਾ, ਇਦਾਂ ਹੀ ਕੁਰਲਾਹਟ ਕਰਦਾ, ਜਿਵੇਂ ਕੋਈ ਮਾਂ ਉਹਦਾ ਜਵਾਨ ਪੁੱਤ ਚੜਾਈ ਕਰ ਜੇ ਤੇ ਉਹ ਕਿੰਨੇ ਬਰਾਗ ਵਿੱਚ ਦਰਦ ਵਿੱਚ ਬੋਲਦੀ ਆ, ਰੋਂਦੀ ਆ। ਬਾਣੀ ਨੇ ਬੰਬੀਹੇ ਨੂੰ ਜਾਨਵਰ ਹੈ ਤੇ ਜਾਨਵਰ, ਪਰ ਇਹਦੇ ਬਹੁਤ ਉਦਾਹਰਣ ਦਿੱਤੇ ਨੇ। ਕਿਉਂ? ਕਿਉਂਕਿ ਇਹਦੀ ਪ੍ਰੀਤ ਬੜੀ ਆ। ਕਦੇ ਕਿਤੇ ਬਾਣੀ ਕਹਿੰਦੀ, ਰਹਿਣ ਬੰਬੀਹਾ ਬੋਲਿਆ ਮੇਰੀ ਮਾਏ, ਆਪਣੇ ਪਿਆਰੇ ਬਿਨ ਰਹਿ ਨਾ ਸਕੂੰ। ਜਦੋਂ ਅੰਮ੍ਰਿਤ ਵੇਲੇ ਦੀ ਬਾਣੀ ਦੀ ਗੱਲ ਕੀਤੀ, ਉਦੋਂ ਵੀ ਕਿਹਾ ਬੰਬੀਹਾ, ਓਏ ਬੰਬੀਹੇ ਤੋਂ ਕੀ ਲੈਣਾ, ਇਹ ਤਾਂ ਤੈਨੂੰ ਸਮਝਾਇਆ ਮਣਾ, ਮੈਨੂੰ ਤੇ ਤੈਨੂੰ ਸਮਝਾਇਆ। ਕਹਿੰਦੇ ਦੇਖ, ਉਹ ਛੋਟਾ ਜਿਹਾ ਜਾਨਵਰ ਆ, ਤੂੰ ਤਾਂ ਸੁੱਤਾ ਪਿਆ। ਉਹ ਛੋਟਾ ਜਿਹਾ ਜਾਨਵਰ ਆ, ਕਿੱਡੀ ਕੁ ਦੀ ਅਵਸਥਾ, ਅੰਮ੍ਰਿਤ ਵੇਲਾ ਹੋਇਆ ਹੈ, ਤੂੰ ਤਾਂ ਸੁੱਤਿਆਂ ਹੀ ਸਾਰੀ ਜ਼ਿੰਦਗੀ ਲੰਘਾ ਦਿੱਤੀ। ਬੋਲਿਆ ਬੰਬੀਹਾ ਅੰਮ੍ਰਿਤ ਵੇਲੇ, 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 ਬੋਲਿਆ ਬੰਬੀਹਾ ਅੰਮ੍ਰਿਤ ਵੇਲੇ। ਤਾਂ ਦਰ ਸੁਣੀ ਪੁਕਾਰ, 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 ਤਾਂ ਦਰ ਸੁਣੀ ਪੁਕਾਰ। ਬੋਲਿਆ ਬੰਬੀਹਾ ਅੰਮ੍ਰਿਤ ਵੇਲੇ, ਬੋਲਿਆ ਬੰਬੀਹਾ ਅੰਮ੍ਰਿਤ ਵੇਲੇ, ਬੋਲਿਆ ਬੰਬੀਹਾ ਅੰਮ੍ਰਿਤ ਵੇਲੇ, ਬੋਲਿਆ ਬੰਬੀਹਾ ਅੰਮ੍ਰਿਤ ਵੇਲੇ। ਆਂਦੇ ਤੂੰ ਦੇਖ, ਉਹ ਛੋਟਾ ਜਿਹਾ ਜਾਨਵਰ ਜਦੋਂ ਅੰਮ੍ਰਿਤ ਵੇਲਾ ਹੋਇਆ ਨਾ, ਉਹ ਬੋਲਿਆ, ਉਹਨੇ ਗਾਇਆ ਆਪਣੇ ਮਾਲਕ ਲਈ, ਕੁਛ ਪੁਕਾਰਿਆ, ਤੂੰ ਵੀ ਪੁਕਾਰਿਆ ਕਰ। ਕਿੰਨੇ ਅੰਮ੍ਰਿਤ ਵੇਲੇ ਲੰਘਾ ਦਿੱਤੇ। ਤਾਂ ਦਰ ਸੁਣੀ ਪੁਕਾਰ, ਕਹਿੰਦੇ ਫਿਰ ਉਹਦੀ ਪੁਕਾਰ ਪ੍ਰਵਾਨ ਹੋਈ, ਮੇਘਾਂ ਨੂੰ ਫਰਮਾਨ ਹੋਆ, ਵਰਸੋ ਕਿਰਪਾ ਧਾਰ। ਸਾਧ ਸੰਗਤ, ਇੱਥੇ ਮਾਲਵੇ ਦੀ ਧਰਤੀ ਤੇ ਇੱਕ ਮਾਈ ਨਾ ਪੁਕਾਰ ਕਰਦੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਲਈ। ਬੜੀ ਸ਼ਰਧਾ ਗੁਰੂ ਘਰ ਨਾਲ, ਗੁਰੂ ਘਰ ਨਾਲ ਬੜਾ ਪਿਆਰ ਹੈ।
ਇਹਦਾ ਨਾ ਕਦੇ ਪਤੀ ਜਿਉਂਦਾ ਹੁੰਦਾ ਸੀ ਇਸ ਮਾਈ ਦਾ, ਤੇ ਇਹ ਆਨੰਦਪੁਰ ਸਾਹਿਬ ਦਰਸ਼ਨਾਂ ਨੂੰ ਜਾਂਦੀ ਹੁੰਦੀ ਸੀ। ਇਸ ਮਾਂ ਨੇ ਆਨੰਦਪੁਰ ਸਾਹਿਬ ਦੀਆਂ ਰੌਣਕਾਂ ਦੇਖੀਆਂ ਸਨ, ਬਾਬਾ ਅਜੀਤ ਤੇ ਜੁਝਾਰ ਦੇਖੇ ਸਨ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਦਰਬਾਰ ਦੇਖਿਆ ਸੀ। ਪਰ ਇਹਦਾ ਪਤੀ ਚੜ੍ਹਾਈ ਕਰ ਗਿਆ ਤੇ ਲਾਚਾਰ ਆ ਵਿਚਾਰੀ, ਜਾ ਨਹੀਂ ਸਕਦੀ। ਅੰਦਰ ਸਿੱਖੀ ਵਸਦੀ ਆ, ਅੰਦਰ ਤਾਜਾਂ ਬਾਜਾਂ ਵਾਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਵਸਦੇ ਨੇ, ਪਰ ਪੁਕਾਰ ਕਰਦੀ ਆ ਸੱਚੇ ਪਾਤਸ਼ਾਹ, ਕਦੇ ਇਸ ਗਰੀਬਣੀ ਨੂੰ ਵੀ ਦੀਦ ਤੇ ਦੀਦਾਰ ਬਖਸ਼ੀ। ਮਹਾਰਾਜ ਰੋਜ਼ ਕਹਿੰਦੇ ਨੇ ਸਿੱਖਾਂ ਨੂੰ, ਨਹੀਂ ਇੰਜ ਲੱਗਦਾ ਸਾਨੂੰ ਕੋਈ ਬੁਲਾ ਰਿਹਾ, ਜਿਵੇਂ ਅੰਦਰ ਖਿੱਚ ਪੈਂਦੀ ਆ। ਪਰ ਵਿਚਾਰ ਇਹ ਆ ਵੀ ਇਹਨੂੰ ਵਿਧਵਾ ਹੋਣ ਕਰਕੇ ਇੱਕ ਬਾਹਰ ਇੱਕ ਕਮਰਾ ਦੇ ਰੱਖਿਆ, ਆਪਣੇ ਵਾਲੇ ਪਾਸਿਓਂ ਨਾ ਜਿਹੜੇ ਇੱਟਾਂ ਲਾ ਕੇ ਉਹ ਬੰਦ ਕਰ ਰੱਖਿਆ, ਇਹਦਾ ਸਭ ਕੁਝ ਅਲੱਗ ਕਰ ਰੱਖਿਆ। ਕਿਉਂ? ਇਹ ਵਿਧਵਾ ਇਹਨੂੰ ਕੋਈ ਮੱਥੇ ਲਾ ਕੇ ਨਹੀਂ ਰਾਜੀ, ਸਾਰੇ ਇਹਨੂੰ ਚਾਚੀ ਕਹਿੰਦੇ ਨੇ। ਇਦਾਂ ਹੀ ਹੁੰਦਾ ਜੀ, ਜਿਹੜਾ ਬੇਬਸ ਹੋਵੇ ਨਾ, ਲਾਚਾਰ ਹੋਵੇ, ਸਾਰੇ ਉਹਦਾ ਫਾਇਦਾ ਚੁੱਕਦੇ ਨੇ, ਲਾਚਾਰ ਬੇਬਸ ਬੰਦੇ ਦਾ। ਸਾਧ ਸੰਗਤ, ਇਹਦੀ ਨਾ ਇੱਕ ਸਹੇਲੀ ਆ ਅਤੀਸੋ, ਇਹ ਵਿਚਾਰੀ ਕਦੇ, ਇਹ ਵੀ ਜੇ ਉਹ ਬਖਸ਼ੀ ਰੂਹ ਆ ਤੇ ਇਹ ਵੀ ਬਖਸ਼ੀ ਰੂਹ ਆ। ਇਹ ਵਿਚਾਰੀ ਕਦੇ ਕਦੇ ਆ ਕੇ ਨਾ, ਇਹਨੂੰ ਹੋਰ ਤੱਕ ਖਬਰਾਂ ਦੀ ਲੋੜ ਹੀ ਨਹੀਂ, ਜਦੋਂ ਵੀ ਇੱਛਾ ਅੰਦਰ ਪੈਦਾ ਹੁੰਦੀ ਹੈ ਨਾ, ਇਸ ਮਾਈ ਦਾ ਨਾਮ ਹੈ ਮਾਈ ਦੇਸਾਂ, ਮਾਲਵੇ ਦੇ ਰਹਿਣ ਵਾਲੀ। ਤੇ ਸਾਧ ਸੰਗਤ, ਇਹ ਅਤੀਸੋ ਇਹਨੂੰ ਖਬਰਾਂ ਲਿਆ ਕੇ ਦਿੰਦੀ ਆ, ਰੋਜ਼ ਦੱਸਦੀ ਆ ਤੇ ਪੁੱਛਦੀ ਆ ਵੀ ਆਨੰਦਪੁਰ ਸਾਹਿਬ ਦੇ ਕੀ ਹਾਲ ਨੇ। ਤੇ ਉਹ ਦੱਸਦੀ ਆ, ਕਹਿੰਦੇ ਆਨੰਦਪੁਰ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 6 ਪੋਹ ਨੂੰ ਛੱਡ ਦਿੱਤਾ। ਬੜਾ ਦੁੱਖ, ਜਿਹਦੇ ਨਾਲ ਪਿਆਰ ਹੋਵੇ ਉਹਦਾ ਦੁੱਖ ਬੜਾ ਹੁੰਦਾ, ਜਿਹਦੇ ਨਾਲ ਇਹ ਚਿੱਤ ਜੁੜਿਆ ਹੋਵੇ, ਮਨ ਜੁੜਿਆ ਹੋਵੇ, ਉਹਦਾ ਦੁੱਖ ਬੜਾ ਹੁੰਦਾ। ਸਾਧ ਸੰਗਤ ਜੀ, ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੇ ਕੌਤਕ ਕਰ ਦਿੱਤੇ ਨੇ, ਵੱਡੇ ਲਾਲ ਛੋਟੇ ਲਾਲ ਸ਼ਹੀਦ ਹੋ ਗਏ ਨੇ। ਇਹਨੂੰ ਪਤਾ, ਇਹਨੂੰ ਇਹ ਵੀ ਪਤਾ ਵੀ ਸਰਸਾ ਕਿੱਦਾਂ ਪਾਰ ਕੀਤੀ ਗੁਰੂ ਕਿਆਂ ਨੇ। ਇਹਨੂੰ ਇਹ ਵੀ ਪਤਾ ਵੀ ਮਾਤਾ ਗੁਜਰ ਕੌਰ ਸ਼ਹੀਦ ਹੋ ਗਏ ਨੇ। ਇਹਨੂੰ ਇਹ ਵੀ ਪਤਾ ਉਹ 6 ਸਾਲ ਦੇ ਛੋਟੇ ਲਾਲ ਬਾਬਾ ਫਤਿਹ ਸਿੰਘ ਸਾਹਿਬ ਸ਼ਹੀਦ ਹੋ ਗਏ ਨੇ। ਪਰ ਇੱਛਾ ਹੈ ਵੀ ਮਹਾਰਾਜ ਕਦੇ ਦਰਸ਼ਨ ਬਖਸ਼ ਦਿਓ, ਕਿਉਂਕਿ ਇਹ ਭਾਈ ਭਗਤੂ ਜਿਹੜਾ ਗੁਰੂ ਕਾ ਸਿੱਖ ਹੋਇਆ ਨਾ ਮਾਲਵੇ ਚ, ਉਹਨਾਂ ਦੇ ਪਰਿਵਾਰ ਦੀ ਨੂੰਹ ਹੈ। ਤੇ ਭਾਈ ਭਗਤੂ ਦੇ ਪਰਿਵਾਰ ਵਿੱਚ ਦਿਆਲਾ ਤੇ ਜਿਉਣਾ ਇਹ 2 ਸੱਜਣ ਨੇ। ਤੇ ਸਤਿਗੁਰ ਸੱਚੇ ਪਾਤਸ਼ਾਹ ਦਮਦਮਾ ਸਾਹਿਬ ਮਾਲਵੇ ਦੇਸ਼ ਵਿਰਾਜੇ ਨੇ। ਇਹਨਾਂ ਦੇ ਦਿਆਲੇ ਨੂੰ, ਇਹਨਾਂ ਦਾ ਵੱਡਾ ਭਰਾ ਦਿਆਲਾ, ਇਹਦਾ ਪਤੀ ਤੇ ਚੜ੍ਹਾਈ ਕਰ ਗਿਆ ਮਾਈ ਦੇਸਾਂ ਦਾ। ਇਹਦੇ ਤੋਂ 2 ਹੋਰ ਵੱਡੇ ਨੇ, ਤੇ ਸਭ ਤੋਂ ਵੱਡਾ ਦਿਆਲਾ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਗਿਆ। ਹੁਣ ਕਮਾਲ ਦੀ ਗੱਲ ਹੈ, ਪਾਤਸ਼ਾਹ ਕਹਿੰਦੇ ਦਿਆਲਿਆ, ਤੈਨੂੰ ਅੰਮ੍ਰਿਤ ਛਕਾ ਕੇ ਗੁਰੂ ਵਾਲਾ ਬਣਾ ਦਈਏ। ਪਤਾ ਕੀ ਕਹਿੰਦਾ ਅੱਗੋਂ? ਕਹਿੰਦਾ ਸੱਚੇ ਪਾਤਸ਼ਾਹ ਰੱਬ ਦਾ ਦਿੱਤਾ ਬਹੁਤ ਕੁਛ ਆ, ਸਿੱਖੀ ਤੇ ਭਾਈ ਭਗਤੂ ਦੇ ਟਾਈਮ ਦੀ ਸਾਡੇ ਘਰ ਨੂੰ ਬਖਸ਼ੀ ਹੋਈ ਆ, ਅੰਮ੍ਰਿਤ ਤੋਂ ਤੇਰੇ ਤੋਂ ਕੀ ਲੈਣਾ। ਕਹਿੰਦੇ ਦੇਖ ਲਾ ਦਿਆਲਿਆ, ਕਦੇ ਟਾਈਮ ਆਊਗਾ ਤੈਂ ਅੰਮ੍ਰਿਤ ਮੰਗਣਾ ਤੇ ਅੰਮ੍ਰਿਤ ਮਿਲਣਾ ਨਹੀਂ। ਫਿਰ ਆਪਾਂ ਵੀ ਝਾਤੀ ਮਾਰੀਏ, ਮੈਂ ਵੀ ਮਾਰਾਂ, ਤੁਸੀਂ ਵੀ ਮਾਰੋ, ਕਦੋਂ ਫਿਰ ਆਪਣੇ ਗੁਰੂ ਵਾਲੇ ਬਣਨਾ।
ਕਦੋਂ ਗੁਰੂ ਕਾ ਖਾਸ ਰੂਪ ਬਣਨਾ, ਕਦੋਂ ਇੱਕ ਗੁਰੂ ਸਾਹਿਬ ਦੇ ਬਚਨਾਂ ਤੇ ਪੂਰੇ ਉਤਰਨਾ ਵੀ ਇਨਹੀ ਕੀ ਕਿਰਪਾ ਤੇ ਸਜੇ ਹਮ ਹੈ। ਕਦੋਂ ਕਹਿਣਾ ਕਿ ਇਦਾਂ ਹੀ ਇਹ ਮਾਨਸ ਦਾ ਜਨਮ ਜਿਹੜਾ ਇਹ ਬੇਸ਼ਕੀਮਤੀ, ਹੀਰੇ ਹੂਰੇ ਤਾਂ ਕੁਝ ਵੀ ਨਹੀਂ ਇਹਦੇ ਅੱਗੇ। ਨਾ ਨਾ, ਹੀਰੇ ਤੇ ਪੱਥਰ ਦਾ ਟੁਕੜਾ ਸਾਧ ਸੰਗਤ ਮਿਲ ਜਾਂਦਾ। ਇਹ ਇੰਨਾ ਸੋਹਣਾ ਜਨਮ, ਹੀਰੇ ਤੋਂ ਵੀ ਬਾ ਕਮਾਲ, ਇਹਦੀ ਕੋਈ ਰੀਸ ਨਹੀਂ ਕਰ ਸਕਦੀ, ਕੋਈ ਵਿਆਖਿਆ ਨਹੀਂ ਕੀਤੀ ਜਾ ਸਕਦੀ। ਇਹ ਇਦਾਂ ਹੀ ਚਲੇ ਜਾਣਾ। ਕੂੜ ਦਾ ਵਪਾਰ ਕਰਕੇ ਹੀ ਦੁਨੀਆ ਤੋਂ ਮੁੜ ਜਾਣਾ ਕਿ ਸੱਚ ਦਾ ਤੇ ਨਾਮ ਦਾ ਵਪਾਰ ਕਰਕੇ ਜਾਣਾ। ਸਾਧ ਸੰਗਤ ਜੀ, ਉਹ ਮੁੜਿਆ ਆ ਦਿਆਲਾ। ਅਤੀਸੋ ਨੇ ਆ ਕੇ ਇਸ ਮਾਈ ਦੇਸਾਂ ਨੂੰ ਦੱਸਿਆ, ਭੈਣੇ ਅੱਜ ਇੱਕ ਬਹੁਤ ਵੱਡਾ ਕੰਮ ਕਰ ਆਇਆ ਤੁਹਾਡੇ ਪਰਿਵਾਰ ਦਾ ਮੈਂਬਰ ਦਿਆਲਾ। ਕਹਿੰਦੇ ਕੀ ਕਰ ਆਇਆ? ਕਹਿੰਦੇ ਤਾਜਾਂ ਬਾਜਾਂ ਵਾਲੇ ਸਤਿਗੁਰੂ ਤਰੁੱਠੇ ਸਨ, ਅੱਜ ਤੁਹਾਡੇ ਪਰਿਵਾਰ ਨੂੰ ਅੰਮ੍ਰਿਤ ਦੀ ਦਾਤ ਬਖਸ਼ਣ ਲੱਗੇ ਸਨ। ਦਿਆਲਾ ਕਹਿੰਦਾ ਸੱਚੇ ਪਾਤਸ਼ਾਹ ਅੰਮ੍ਰਿਤ ਦੀ ਲੋੜ ਕੋਈ ਨਹੀਂ। ਅੱਜ ਇਸ ਮਾਈ ਦੇ ਨਾ ਦੇਸਾਂ ਦੇ ਵਿਚਾਰੀ ਦੇ ਅੱਖਾਂ ਚੋਂ ਹੰਝੂ ਆਏ ਨੇ। ਕਾਦੇ ਲਈ ਆਏ ਨੇ? ਕਹਿੰਦੇ ਮਾਲਕਾ, ਜੇ ਅੱਜ ਪਤੀ ਜਿਉਂਦਾ ਹੁੰਦਾ ਨਾ ਤੇ ਬਾਜਾਂ ਤਾਜਾਂ ਵਾਲੇ ਸਤਿਗੁਰੂ ਅੱਜ ਤੇਰੇ ਚਰਨਾਂ ਤੇ ਜਾ ਕੇ ਸੀਸ ਰੱਖ ਦਿੰਦੇ ਵੀ ਦਾਤਾ ਅੱਜ ਤੂੰ ਤਰੁੱਠਿਆਂ ਤੇ ਅੰਮ੍ਰਿਤ ਬਖਸ਼ਿਸ਼ ਕਰ ਦੇ। ਕਦੇ ਇੱਛਾ ਨਹੀਂ ਹੋਈ, ਨਾ ਨਾ, ਸ਼ੁਕਰਾਨੇ ਵਿੱਚ ਰਹਿੰਦੀ ਆ। ਅੱਜ ਫਿਰ ਇੱਛਾ ਹੋਈ ਵੀ ਸੱਚੇ ਪਾਤਸ਼ਾਹ ਜੇ ਕਿਤੇ ਲਾਲ ਹੁੰਦਾ ਨਾ, ਮੇਰੇ ਪੁੱਤ ਹੁੰਦਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਰੱਖ ਦਿੰਦੀ। ਅੱਜ ਆ ਮੇਰਾ ਬੱਚਾ ਹਾਜ਼ਰ ਆ ਦਾਤਾ, ਇਹਨੂੰ ਅੰਮ੍ਰਿਤ ਦੀ ਦਾਤ ਬਖਸ਼ ਦਿਓ। ਪਰ ਮੇਰੇ ਤੇ ਕੋਈ ਵਾਹ ਹੀ ਨਹੀਂ ਚੱਲਦੀ, ਕਿਉਂਕਿ ਵਿਧਵਾ, ਕੋਈ ਮੇਲ ਜੋਲ ਨਹੀਂ ਹੈ। ਸਾਧ ਸੰਗਤ ਅੱਜ ਮਨ ਵਿੱਚ ਅਰਦਾਸ ਕਰਦੀ, ਸੱਚੇ ਪਾਤਸ਼ਾਹ ਮੇਰਾ ਤਾਂ ਕੁਝ ਵੀ ਨਹੀਂ, ਮੈਂ ਹੁੰਦਾ ਤੇ ਤੇਰੇ ਅੱਗੇ ਪੇਸ਼ ਕਰ ਦਿੰਦੀ ਹੈ। ਇਹਨੇ ਨਾ ਜੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਲਈ ਫੁੱਟੀ ਫੁੱਟੀ ਜੋੜ ਕੇ, ਤੀਲਾ ਤੀਲਾ ਜੋੜ ਕੇ ਨਾ ਇੱਕ ਖੇਸ ਬਣਾਇਆ ਤੇ ਸੋਚਦੀ ਆ ਵੀ ਪਾਤਸ਼ਾਹ ਕਦੇ ਆਉਂਗੇ ਤੇ ਇਸ ਨਿਮਾਣੀ ਨੂੰ ਦਰਸ਼ਨ ਦੀਦਾਰ ਬਖਸ਼ੋਗੇ ਤੇ ਮੈਂ ਇਹ ਜਿਹੜੀ ਸ਼ਰਧਾ ਤੇ ਪ੍ਰੇਮ ਨਾਲ ਜਿਹੜੀ ਇਹ ਖੇਸ ਬਣਾਇਆ ਨਾ, ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਅੱਗੇ ਪੇਸ਼ ਕਰ ਦੇਵਾਂਗੀ। ਪਰ ਇਹ ਜਦੋਂ ਗੱਲ ਸਾਰੇ ਨਗਰ ਵਿੱਚ ਪਹੁੰਚੀ ਨਾ ਵੀ ਦਿਆਲਾ ਸਤਿਗੁਰਾਂ ਤੋਂ ਮੁਨਕਰ ਹੋ ਕੇ ਆ ਗਿਆ, ਇਹਦਾ ਛੋਟਾ ਭਰਾ ਭਾਈ ਜਿਉਣਾ, ਇਹਦੇ 4 ਪੁੱਤਰ ਨੇ, ਰਾਮਾ ਤੇ ਫੱਤੂ, ਜਗਤਾ ਤੇ ਭਗਤਾ, ਯਾਦ ਰੱਖਿਓ। ਇਹ ਕਹਿੰਦੇ ਚਲੋ ਬਾਜਾਂ ਤਾਜਾਂ ਵਾਲੇ ਸਤਿਗੁਰੂ ਤਰੁੱਠੇ ਨੇ, ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰਨ ਲੱਗੇ ਨੇ, ਚਲੋ ਜਾ ਕੇ ਆਪਣੀ ਸਿੱਖੀ ਰੱਖ ਲਈਏ, ਜਾ ਕੇ ਗੁਰੂ ਅੱਗੇ ਪੇਸ਼ ਹੋ ਜਾਈਏ। ਤੇ ਭਾਈ ਜਿਉਣੇ ਦਾ ਪਰਿਵਾਰ ਸਾਧ ਸੰਗਤ ਜੀ, ਰਾਮਾ ਤੇ ਫੱਤੂ, ਜਗਤਾ ਤੇ ਭਗਤਾ ਜਾ ਕੇ ਨਾ, ਦਾਤਾ ਦਿਆਲੇ ਨੂੰ ਮਾਫ ਕਰ ਦਿਓ, ਅਸੀਂ ਤੁਹਾਡੇ ਅੱਗੇ ਅਰਜ਼ੋਈ ਕਰਦੇ ਹਾਂ ਸੱਚੇ ਪਾਤਸ਼ਾਹ ਸਾਨੂੰ ਅੰਮ੍ਰਿਤ ਬਖਸ਼ਿਸ਼ ਕਰ ਦਿਓ। ਮਹਾਰਾਜ ਕਹਿੰਦੇ ਪਿਆਰਿਓ ਤੁਸੀਂ ਤਾਂ ਭਾਈ ਭਗਤੇ ਦੀ ਸਿੱਖੀ ਰੱਖ ਲਈ। ਸਾਧ ਸੰਗਤ ਅੰਮ੍ਰਿਤ ਦੀ ਦਾਤ ਲੈ ਕੇ ਰਾਮਾ ਫਿਰ ਰਾਮ ਸਿੰਘ ਬਣਿਆ, ਜਗਤਾ ਭਗਤਾ ਜਗਤ ਸਿੰਘ ਤੇ ਭਗਤ ਸਿੰਘ ਬਣੇ, ਫੱਤੂ ਭਾਈ ਫੱਤਾ ਸਿੰਘ ਬਣਿਆ ਤੇ ਅਰਜ਼ੋਈ ਕੀਤੀ ਮਹਾਰਾਜ ਕਹਿੰਦੇ ਸਾਡੇ ਨਗਰ ਵੀ ਆਓ, ਸਾਨੂੰ ਦੀਦਾਰ ਬਖਸ਼ੋ। ਦੇਖੋ ਕਿੰਨਾ ਖੇਡ ਬਣਾ ਰਿਹਾ ਉਹ। ਅੱਜ ਬਾਜਾਂ ਤਾਜਾਂ ਵਾਲੇ ਸਤਿਗੁਰੂ
ਮਾਲਵੇ ਦੀ ਧਰਤੀ ਤੋਂ ਇਸ ਅਤੀਸੋ ਨੂੰ ਦੀਦਾਰ ਬਖਸ਼ਣ ਲਈ ਚੱਲ ਪਏ ਨੇ ਸਾਧ ਸੰਗਤ। ਸਿੱਖ ਪੁੱਛਦੇ ਨੇ ਮਹਾਰਾਜ ਕਿੱਥੇ ਚੱਲੇ ਹੋ? ਇਹ ਅਰਜ਼ੋਈ ਕਰਦੀ ਆ ਰੋਜ਼। ਕਲੰਗੀਆਂ ਵਾਲੇ ਦਾਤਾ ਜੀ, ਇਹ ਰੋਜ਼ ਉਹ ਖੇਸ ਲੈ ਕੇ ਨਾ ਆਪਣੀ ਚੌਂਕੀ ਤੇ ਬੈਠ ਕੇ ਨਾ ਸਾਧ ਸੰਗਤ ਰੋਜ਼ ਬਾਜਾਂ ਤਾਜਾਂ ਵਾਲੇ ਸਤਿਗੁਰੂ ਨੂੰ ਬੁਲਾਉਂਦੀ ਆ। ਕਲੰਗੀਆਂ ਵਾਲੇ ਦਾਤਾ ਜੀ ਬਖਸ਼ੋ ਦੀਦਾਰ, ਕਲੰਗੀਆਂ ਵਾਲੇ ਦਾਤਾ ਜੀ ਬਖਸ਼ੋ ਦੀਦਾਰ, ਕਲੰਗੀਆਂ ਵਾਲੇ ਦਾਤਾ ਜੀ ਬਖਸ਼ੋ ਦੀਦਾਰ, ਕਲਗੀਆਂ ਵਾਲੇ ਦਾਤਾ ਜੀ ਬਖਸ਼ੋ ਦੀਦਾਰ, ਕਲਗੀਆਂ ਵਾਲੇ ਕਲੰਗੀਆਂ ਵਾਲੇ ਦਾਤਾ ਜੀ ਬਖਸ਼ੋ ਦੀਦਾਰ, ਬਾਜਾਂ ਵਾਲੇ ਸਤਿਗੁਰ ਜੀ ਮੈਨੂੰ ਬਖਸ਼ੋ ਦੀਦਾਰ, ਦਾਤਾ ਜੀ ਮੈਨੂੰ ਬਖਸ਼ੋ ਦੀਦਾਰ, ਵਾਜਾਂ ਵਾਲੇ ਦਾਤਾ ਜੀ ਮੈਨੂੰ ਬਖਸ਼ੋ ਦੀਦਾਰ, ਵਾਜਾਂ ਵਾਲੇ ਸਾਜਾਂ ਵਾਲੇ ਦਾਤਾ ਜੀ ਮੈਨੂੰ ਬਖਸ਼ੋ ਦੀਦਾਰ, ਕਲਗੀਆਂ ਵਾਲੇ ਦਾਤਾ ਜੀ ਮੈਨੂੰ ਬਖਸ਼ੋ ਦੀਦਾਰ, ਬਖਸ਼ੋ ਦੀਦਾਰ ਦਾਤਾ 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 ਬਖਸ਼ੋ ਦੀਦਾਰ, ਕਲੰਗੀਆਂ ਵਾਲੇ ਦਾਤਾ ਜੀ ਮੈਨੂੰ ਬਖਸ਼ੋ ਦੀਦਾਰ, ਬਾਜਾਂ ਵਾਲੇ ਦਾਤਾ ਜੀ ਮੈਨੂੰ ਬਖਸ਼ੋ ਦੀਦਾਰ, ਦਾਤਾ ਜੀ ਮੈਨੂੰ ਬਖਸ਼ੋ ਦੀਦਾਰ, ਵਾਜਾਂ ਵਾਲੇ ਦਾਤਾ ਜੀ ਮੈਨੂੰ ਬਖਸ਼ੋ ਦੀਦਾਰ, ਦਾਤਾ ਜੀ ਮੈਨੂੰ ਬਖਸ਼ੋ ਦੀਦਾਰ, ਵਾਜਾਂ ਵਾਲੇ ਦਾਤਾ ਜੀ ਮੈਨੂੰ ਬਖਸ਼ੋ ਦੀਦਾਰ। ਦਾਤਾ ਕਲੰਗੀਆਂ ਵਾਲੇ ਸਤਿਗੁਰ ਜੀ ਮੈਨੂੰ ਦੀਦਾਰ ਬਖਸ਼ ਦੇ, ਤੇਰੇ ਕੌਤਕਾਂ ਦਾ ਪਤਾ ਨਹੀਂ। ਸਾਧ ਸੰਗਤ ਪਾਤਸ਼ਾਹ ਘੋੜੇ ਤੇ ਚੜ ਕੇ ਇਹਨਾਂ ਦੇ ਭਾਈ ਜਿਉਣੇ ਦੇ ਨਗਰ ਵੱਲ ਚੱਲ ਪਏ ਨੇ। ਤੇ ਜਿੱਥੇ ਮਾਈ ਦੇਸਾਂ ਦਾ ਕੋਠਾ ਬਣਿਆ ਹੋਇਆ ਨਾ, ਕਮਰਾ ਬਣਿਆ ਹੋਇਆ, ਇੱਥੇ ਸਤਿਗੁਰ ਆ ਕੇ ਨਾ ਇੱਧਰ ਇੱਧਰ ਦੇਖ ਰਹੇ ਨੇ, ਵੀ ਜਿੱਦਾਂ ਕੋਈ ਆਪਣਾ ਪਿਆਰਾ ਬੁਲਾ ਰਿਹਾ। ਭਾਈ ਰਾਮ ਸਿੰਘ ਕਹਿੰਦਾ ਸੱਚੇ ਪਾਤਸ਼ਾਹ ਮੇਰਾ ਘਰ ਤੇ ਅੱਗੇ ਆ। ਕਹਿੰਦੇ ਕੋਈ ਗੱਲ ਨਹੀਂ। ਸਤਿਗੁਰ ਘੋੜੇ ਤੋਂ ਉਤਰ ਕੇ ਮਾਈ ਦੇਸਾਂ ਦੇ ਉਸ ਗਰੀਬਣੀ ਦੇ ਜਿਹਨੂੰ ਕੋਈ ਬੁਲਾ ਕੇ ਰਾਜੀ ਨਹੀਂ, ਮੱਥੇ ਲਾ ਕੇ ਰਾਜੀ ਨਹੀਂ, ਉਸ ਦੀ ਦਹਲੀਜ਼ ਤੇ ਖੜ ਕੇ ਆਵਾਜ਼ ਲਾਈ, ਮਾਤਾ ਲਿਆ ਖਾਂ, ਲਿਆ ਖਾਂ, ਜਿਹੜਾ ਤੇਰਾ ਖੇਸ ਬਣਾਇਆ ਹੋਇਆ ਲਿਆ, ਮੈਂ ਉਹ ਲੈਣ ਲਈ ਆਇਆ। ਸਾਧ ਸੰਗਤ ਐਡਾ ਵੱਡਾ ਦਾਤਾ ਜਿਹਨੂੰ ਕਹਿੰਦੇ ਨੇ ਘਟ ਘਟ ਕੇ ਪਟ ਪਟ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨ, ਉਹ ਜਾਣਦਾ ਜੀ, ਉਹ ਜਾਣਦਾ ਕੌਣ ਕਿੰਨਾ ਕਾ, ਕਿੰਨੀ ਕੁ ਕਿਹਦੀ ਸ਼ਰਧਾ, ਕਿੰਨੀ ਕੁ ਭਾਵਨਾ। ਹੁਣ ਇਹਨੂੰ ਸਮਝ ਨਹੀਂ ਆ ਰਹੀ ਵੀ ਦਰਸ਼ਨ ਕਰਾਂ ਕਿ ਖੇਸ ਫੜਾਵਾਂ ਕਿ ਪੈਰਾਂ ਚਰਨੀ ਹੱਥ ਲਾਵਾਂ।
ਅਸਲ ਨਾ ਸਾਧ ਸੰਗਤ ਇਹ ਮਨ ਨਾ ਜਿਹੜਾ ਇਹ ਪਖੰਡ ਬੜੇ ਕਰਦਾ, ਇਹਦਾ ਸੁਭਾਅ ਹੈ ਨਾ ਪਖੰਡ ਕਰਨ ਦਾ। ਪਰ ਜਿਹੜਾ ਗੁਰੂ ਦਾ ਪਿਆਰ ਹੈ ਨਾ ਉਹਦੇ ਵਿੱਚ ਸ਼ਰਤਾਂ ਸ਼ੁਰਤਾਂ ਕੋਈ ਨਹੀਂ ਹੁੰਦੀਆਂ। ਜੋ ਸਹਿਜ ਵਿੱਚ ਹੋ ਜਾਂਦਾ ਉਹੀ ਉਹਨੂੰ ਪ੍ਰਵਾਨ ਹੈ। ਉਹ ਨਹੀਂ ਦੇਖਦਾ, ਨਾ ਨਾ ਨਾ, ਇਹ ਤਾਂ ਪਖੰਡ ਕਰਦਾ। ਇਹ ਦੁਨੀਆ ਲਈ ਮਨ ਪਖੰਡ ਕਰਦਾ, ਗੁਰੂ ਲਈ ਕੋਈ ਪਖੰਡ ਦੀ ਲੋੜ ਨਹੀਂ। ਉਹ ਤਾਂ ਭੋਲੇ ਭਾਲੇ ਮਿਲੇ ਰੰਗਾਇਆ, ਉਹਨੂੰ ਨਹੀਂ ਲੋੜ ਹੈ। ਉੱਥੇ ਪੰਡਤ ਰਹਿੰਦਾ ਥੋੜੀ ਜੀ ਵਾੜ ਤੇ, ਉੱਥੇ ਧੰਨਾ ਭਗਤ ਰਹਿੰਦਾ, ਉਹਨੂੰ ਨਹੀਂ ਕੋਈ ਬਾਣੀ ਪੜ੍ਹਨੀ ਆਉਂਦੀ, ਨਾ 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 ਨਾ, ਉਹਨੂੰ ਕੋਈ ਸ਼ਾਸਤਰ ਨਹੀਂ ਆਉਂਦਾ, ਕੋਈ ਸਿਮਰਤ ਸ਼ਾਸਤਰ ਵੇਦ ਕੁਛ ਨਹੀਂ ਆਉਂਦਾ, ਉਹਨੂੰ ਕੋਈ ਕਿਰਿਆ ਕਰਮ ਕੁਛ ਨਹੀਂ ਆਉਂਦਾ ਧੰਨੇ ਭਗਤ ਨੂੰ, ਨਾ ਨਾ, ਮੱਝਾਂ ਚਾਰਨੀਆਂ ਆਉਂਦੀਆਂ ਸਾਧ ਸੰਗਤ। ਪਰ ਭਰੋਸਾ ਇੰਨਾ ਹੈ, ਰੱਬ ਰੋਜ਼ ਪੁੱਛਦਾ ਧੰਨੇ ਭਗਤ ਨੂੰ, ਮਹਾਰਾਜ ਦੱਸੋ ਕੰਮ ਤਾਂ ਕੋਈ ਦੱਸੋ, ਕੋਈ ਕੰਮ ਦੱਸੋ ਤੁਹਾਡਾ ਕਰ ਦਈਏ। ਉਥੇ ਥੋੜੀ ਜਿਹੀ ਬਾੜ ਤੇ ਇੱਕ ਵਿਦਵਾਨ ਬੰਦਾ ਰਹਿੰਦਾ, ਉਹ ਬਥੇਰੇ ਤੰਤਰ ਮੰਤਰ ਮਾਰਦਾ, ਬਥੇਰੇ ਕੁਛ ਕਰਦਾ, ਪਰ ਧੰਨੇ ਨੂੰ ਰੱਬ ਰੋਜ਼ ਪੁੱਛਦਾ, ਦੱਸੋ ਤੁਹਾਡਾ ਕੋਈ ਕਾਰਜ ਕਰੀਏ। ਇਸ ਕਰਕੇ ਰੱਬ ਕਿਸੇ ਨਿਯਮਾਂ ਵਿੱਚ ਨਹੀਂ ਆਉਂਦਾ, ਨਾ ਨਾ, ਰੱਬ ਤੇ ਕਿਉਂਕਿ ਉਹ ਆਪ ਹੀ ਕੋਈ ਨਿਯਮ ਨਹੀਂ, ਇਸ ਕਰਕੇ ਉਹ ਨਿਯਮ ਨਾਲ ਮਿਲਦਾ ਨਹੀਂ। ਉਹ ਤਾਂ ਸਹਿਜ ਅਵਸਥਾ ਵਿੱਚ ਮਿਲਦਾ, ਉਹ ਤਾਂ ਸਿੱਧਿਆਂ ਸਾਧਿਆਂ ਨੂੰ ਮਿਲਦਾ, ਉਹ ਤਾਂ ਹੋਏ ਨਿਮਾਣਾ ਢਹਿ ਪਵੈ, ਮੈਂ ਗਰੀਬ ਸੱਚ ਟੇਕ ਤੋਂ, ਇਦਾਂ ਦੀ ਅਵਸਥਾ ਵਾਲਿਆਂ ਨੂੰ ਮਿਲਦਾ ਜੀ। ਉਹਨਾਂ ਨੂੰ ਉਹ ਦੀਦਾਰ ਬਖਸ਼ਦਾ। ਹੁਣ ਇਹਦੇ ਕੋਲੇ ਕੁਛ ਨਹੀਂ ਹੋ ਰਿਹਾ, ਉਹ ਖੇਸ ਬਣਾਇਆ, ਇੱਕ ਚੌਂਕੀ ਰੱਖੀ ਆ। ਪਾਤਸ਼ਾਹ ਕਹਿੰਦੇ ਮਾਂ ਇਹ ਮੇਰਾ ਸਾਂਭ ਕੇ ਰੱਖੀ, ਮੈਂ ਆਉਣਾ ਤੇਰੇ ਕੋਲੇ। ਸਾਧ ਸੰਗਤ ਭਾਈ ਰਾਮੇ ਨੇ ਨਾ ਉਹ ਚਵਾਰਾ ਬਣਾਇਆ ਹੋਇਆ ਗੁਰੂ ਸਾਹਿਬ ਲਈ। ਮਹਾਰਾਜ ਉੱਥੇ ਰੁਕੇ, ਰਾਤ ਨੂੰ ਵਿਸ਼ਰਾਮ ਕੀਤਾ। ਅਸੀਂ ਨਾ ਗੁਰੂ ਨੂੰ ਬੰਧਨਾਂ ਤੇ ਦਾਇਰਿਆਂ ਵਿੱਚ ਵੰਡ ਕੇ ਰੱਖਿਆ ਹੋਇਆ ਹੈ। ਇੱਥੇ ਮੈਂ ਗੱਲ ਕਰਦਾ ਜਾਵਾਂ ਆਪ ਜੀ ਨਾਲ, ਪਰ ਜਿੱਥੇ ਗੁਰੂ ਦੀ ਗੱਲ ਆ ਜਾਏ, ਜਿੱਥੇ ਗੁਰੂ ਆ ਜਾਣ, ਉੱਥੇ ਦਾਇਰਾ ਕੋਈ ਨਹੀਂ ਹੈ, ਦਾਇਰਾ ਕੋਈ ਨਹੀਂ। ਕੱਲਾ ਗੁਰੂ ਮੇਰਾ ਤੇ ਤੁਹਾਡਾ ਨਹੀਂ ਹੈ, ਇਹ ਸਾਰੇ ਸੰਸਾਰ ਦਾ ਸਾਂਝਾ ਆ। ਇੱਥੇ ਕਿਸੇ ਦਾ ਕੋਈ ਦਾਵਾ ਨਹੀਂ, ਨਾ ਨਾ। ਉਹ ਰਾਮੂ ਹੋਰੀ ਇਹ ਸੋਚਦੇ ਨੇ ਵੀ ਸ਼ਾਇਦ ਬਾਜਾਂ ਵਾਲੇ ਸਤਿਗੁਰੂ ਸਾਡੇ ਨੇ। ਕੱਚੀ ਕੰਧ ਕੱਢ ਕੇ ਨਾ ਜੀ ਉਹਦਾ ਦਰਵਾਜ਼ਾ ਬੰਦ ਕੀਤਾ ਹੋਇਆ ਮਾਈ ਦੇਸਾਂ ਦਾ। ਸਤਿਗੁਰ ਨੇ ਆਪਣੇ ਸੋਹਣੇ ਚਰਨਾਂ ਨਾਲ ਉਹ ਕੱਚੀ ਕੰਧ ਨੂੰ ਢਾ ਦਿੱਤਾ। ਸਾਹਮਣੇ ਉਹ ਬਰਾਗਣ ਮਾਈ ਚੌਂਕੀ ਤੇ ਬੈਠੀ ਆ, ਗੁਰੂ ਸਾਹਿਬ ਲਈ ਖੇਸ ਲਈ ਬੈਠੀ ਆ, ਪ੍ਰਸ਼ਾਦਾ ਪਾਣੀ ਵੀ ਛਕਿਆ। ਸਤਿਗੁਰ ਨੇ ਉਹਦੇ ਸੰਸਾਰ ਦੇ ਬੰਧਨ ਵੀ ਤੋੜ ਦਿੱਤੇ ਉਸ ਮਾਂ ਦੇ, ਤੇ ਨਿਰੰਕਾਰ ਵਾਲੇ ਬੰਧਨ ਵੀ ਤੋੜ ਦਿੱਤੇ। ਇੱਥੋਂ ਦੇ ਬੰਧਨ ਵੀ ਤੋੜ ਦਿੱਤੇ, ਉੱਥੋਂ ਵਾਲੇ ਵੀ ਤੋੜ ਦਿੱਤੇ। ਹੁਣ ਇਤਿਹਾਸ ਇਸ ਨੂੰ ਮਾਈ ਦੇਸਾਂ ਕਹਿ ਕੇ ਯਾਦ ਕਰਦਾ। ਜਦੋਂ ਮਾਲਵੇ ਦੀ ਇਤਿਹਾਸ ਦੀ ਗੱਲ ਚੱਲਣੀ ਆ, ਦਮਦਮਾ ਸਾਹਿਬ ਦੀ ਗੱਲ ਚੱਲਣੀ ਆ, ਤੇ ਅਸਲ ਨਾ ਜੀ ਜਿਹੜੇ ਗੁਰੂ ਲਈ ਕੁਛ ਕਰ ਜਾਂਦੇ ਨੇ ਉਹ ਰਹਿ ਜਾਂਦੇ ਨੇ, ਬਾਕੀ ਸਾਰਾ ਸੰਸਾਰ ਫਨਾ ਤੇ ਤਬਾਹ ਹੋ ਜਾਣਾ ਹੈ। ਜਦੋਂ ਮਾਲਵੇ ਦੀ ਗੱਲ ਚੱਲੇਗੀ, ਦਮਦਮਾ ਸਾਹਿਬ ਦੀ ਗੱਲ ਚੱਲੇਗੀ, ਭਾਈ ਜਿਉਣੇ ਹੋਰਾਂ ਦੀ ਗੱਲ ਚੱਲੇਗੀ, ਤੇ ਇਸ ਮਾਈ ਦੇਸਾਂ ਦੀ ਗੱਲ ਜ਼ਰੂਰ ਚੱਲੇਗੀ। ਜਦੋਂ ਮਾਈ ਦੇਸਾਂ ਦੀ ਗੱਲ ਚੱਲੇਗੀ ਤੇ ਉਹਦੀ ਸ਼ਰਧਾ ਤੇ ਪ੍ਰੇਮ ਵਿੱਚ ਬਣਾਏ ਹੋਏ ਉਸ ਖੇਸ ਦੀ, ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਲਈ ਬਣਾਇਆ, ਉਹਦੇ ਪਿਆਰ ਦੀ, ਉਹਦੇ ਵਿਰਾਗ ਦੀ, ਉਹਦੀ ਸ਼ਰਧਾ ਦੀ ਗੱਲ ਸਾਧ ਸੰਗਤ ਜ਼ਰੂਰ ਚੱਲੇਗੀ। ਕਿਉਂ? ਕਿਉਂਕਿ ਉਹਨੇ ਗੁਰੂ ਲਈ ਕੁਛ ਕੀਤਾ, ਗੁਰੂ ਲਈ ਗਾਇਆ।
ਇਸ ਕਰਕੇ ਇਹ ਸਾਰਾ ਸੰਸਾਰ ਫਨਾ ਤੇ ਤਬਾਹ ਹੋ ਜਾਣਾ, ਬਸ ਕੱਲੇ ਸਤਿਗੁਰ ਰਹਿੰਦੇ ਨੇ। ਇਸੇ ਲਈ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ, ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ ਕਹੋ ਨਾਨਕੇ ਜਗਤ ਮੈਂ ਕਿਨ ਜਪਿਓ ਗੁਰਮੰਤ। ਬਸ ਉਹ ਰਹਿ ਜਾਂਦਾ, ਰੱਬ ਰਹਿ ਜਾਣਾ, ਰੱਬ ਦਾ ਵਜੂਦ ਰਹਿ ਜਾਣਾ, ਰੱਬ ਦੇ ਪਿਆਰੇ ਰਹਿ ਜਾਣੇ, ਰੱਬ ਦੀ ਬੰਦਗੀ ਕਰਨ ਵਾਲੇ ਰਹਿ ਜਾਣੇ ਨੇ। ਅੱਜ ਆਪਾਂ ਮਾਤਾ ਕਰਤਾਰ ਕੌਰ ਦੀ ਮਿੱਠੀ ਯਾਦ ਵਿੱਚ ਸਾਰੇ ਜੁੜੇ ਹਾਂ। ਇਸ ਬਾਣੀ ਨੇ ਨਾ ਜੀ, ਪਾਤਸ਼ਾਹ ਨੇ ਉਸ ਮਾਲਕ ਦੀ ਰਚਨਾ ਨੂੰ ਵੀ ਮਾਂ ਕਿਹਾ ਹੈ। ਮਮਤਾ ਤੇ ਮੋਹਣੀ ਕਿਹਾ। ਜਿਹੜਾ ਮਾਂ ਹੈ ਨਾ, ਉਹ ਮੋਹ ਦੀ ਮੂਰਤ ਹੁੰਦੀ ਆ। ਮਾਂ, ਜਿੱਥੇ ਮਾਂ ਸ਼ਬਦ ਆ ਜਾਵੇ ਉੱਥੇ ਕੋਈ ਹੋਰ ਮੋਹ ਦੀ ਗੱਲ ਕਰਨ ਦੀ ਲੋੜ ਨਹੀਂ, ਕਿਉਂਕਿ ਮਮਤਾ ਤੇ ਮੋਹ ਦੀ ਮੂਰਤ ਹੁੰਦੀ ਆ ਮਾਂ। ਤਿਆਗ ਤੇ ਬਰਾਗ ਦੀ ਮੂਰਤ ਹੁੰਦੀ ਆ ਮਾਂ। ਇਸ ਕਰਕੇ ਬਾਬਾ ਕਬੀਰ ਸਾਹਿਬ ਕਹਿੰਦੇ, ਮਾਇਆ ਮਮਤਾ ਮੋਹਣੀ। ਮਾਂ ਦਾ ਉਦਾਹਰਣ ਦੇ ਕੇ ਮਾਇਆ ਦੀ ਗੱਲ ਕੀਤੀ ਆ। ਇਹ ਇੱਕ ਵੱਖਰਾ ਵਿਸ਼ਾ ਹੈ। ਤੇ ਸਾਧ ਸੰਗਤ, ਮਾਂ ਸੰਸਾਰ ਦਾ ਉਹ ਸਰਮਾਇਆ ਜਿਹਦੇ ਰਾਹੀਂ ਉਸ ਮਾਲਕ ਨੇ ਇਸ ਸੱਚੇ ਸੰਸਾਰ ਨੂੰ ਪੈਦਾ ਕੀਤਾ। ਸੋ ਮਾਂ ਤੇ ਫਿਰ ਮਾਂ ਹੀ ਹੁੰਦੀ ਹੈ ਨਾ। ਜਿਹਨੂੰ ਲੋਕ ਜੁਆਰੀ, ਬੇਈਮਾਨ, ਠੱਗ ਕਹਿਣ, ਕੋਈ ਚੋਰ ਹੋਵੇ, ਸ਼ਰਾਬੀ ਹੋਵੇ, ਬੇਈਮਾਨ ਹੋਵੇ, ਠੱਗ ਹੋਵੇ, ਉਹ ਦੁਨੀਆ ਕਹਿੰਦੀ ਆ, ਪਰ ਮਾਂ ਕਹਿੰਦੀ ਨਾ ਨਾ, ਇਹ ਤਾਂ ਮੇਰਾ ਲਾਲ ਆ। ਇਸ ਕਰਕੇ ਜਦੋਂ ਮਾਂ ਜਾਂਦੀ ਰਹਿੰਦੀ ਆ, ਫਿਰ ਮਮਤਾ ਵੀ ਨਾਲ ਹੀ ਜਾਂਦੀ ਰਹਿੰਦੀ ਆ। ਦੁਨੀਆ ਦਾ ਉਹ ਮਹਾਨ ਸ਼ਹਿਨਸ਼ਾਹ ਅਕਬਰ, ਮੈਂ ਗੱਲ ਮੁਕਾ ਦੇਵਾਂ, ਤਖਤ ਤੇ ਬੈਠ ਕੇ ਰੋਂਦਾ, ਉਹਦੀ ਮਾਂ ਗੁਜ਼ਰ ਗਈ, ਸੰਸਾਰ ਤੋਂ ਜਾਂਦੀ ਰਹੀ। ਪੁੱਛਦੇ, ਸ਼ਹਿਨਸ਼ਾਹ ਤੁਸੀਂ ਤੇ ਹਿੰਦੁਸਤਾਨ ਦੇ ਬਾਦਸ਼ਾਹ ਹੋ, ਤੁਸੀਂ ਕਾਹਤੋਂ ਰੋਂਦੇ ਹੋ? ਕਹਿੰਦੇ, ਮੈਨੂੰ ਆਲਮਗੀਰ ਬਾਦਸ਼ਾਹ ਅਕਬਰ ਤੇ ਕਹਿਣਗੇ, ਪਰ ਜਿਹੜੇ ਮਾਂ ਨਾਲ, ਜਿਹੜੇ ਲਫ਼ਜ਼ ਨਾਲ ਮੇਰੀ ਮਾਂ ਯਾਦ ਕਰਦੀ ਸੀ ਨਾ, ਜਿਹੜੇ ਪਿਆਰ ਨਾਲ ਮੈਨੂੰ ਮਾਂ ਬੁਲਾਉਂਦੀ ਸੀ, ਉਹ ਨਹੀਂ ਕਿਸੇ ਨੇ ਕਹਿਣਾ ਅੱਜ ਤੋਂ ਬਾਅਦ। ਬਥੇਰੇ ਰਾਜੇ ਵਜ਼ੀਰ ਕਹਿਣ ਵਾਲੇ ਤੇ ਬਹੁਤ ਹੋਣਗੇ, ਕਿਸੇ ਗੁੰਗੇ ਦੀ ਨਾ ਜੀ ਮਾਤਾ ਗੁਜ਼ਰ ਗਈ, 1-2 ਮਿੰਟ ਆਪ ਜੀ ਦੇ ਲੈਣੇ ਨੇ ਹੋਰ। ਉਹ ਰੋਈ ਬੜਾ ਜਾਂਦਾ। ਉਹਦੇ 3-4 ਭਾਈ ਨੇ, ਸੱਜਣ ਨੇ, ਮਿੱਤਰ ਨੇ, ਉਹ ਸਾਰੇ ਕਹਿੰਦੇ ਨੇ ਵੀ ਤੂੰ ਰੋਣਾ ਕਾਹਤੋਂ ਆ? ਕੋਈ ਗੱਲ ਨਹੀਂ, ਮਾਂ ਨੇ ਤੇ ਜਾਣਾ ਹੀ ਸੀ। ਬੜਾ ਬਿਰਲਾਪ ਕੀਤਾ ਤੇ ਉਹਨੂੰ ਪੁੱਛਿਆ ਵੀ ਸੱਜਣਾ, ਇਹ ਜਿਹੜੇ ਤੇਰੇ ਭਰਾ ਨੇ, ਭੈਣਾਂ ਨੇ, ਇਹ ਵੀ ਤੈਨੂੰ ਬੜਾ ਲਾਡ ਕਰਦੀਆਂ। ਕੋਈ ਗੱਲ ਨਹੀਂ, ਉਹਦੀ ਉਮਰ ਸੀ, ਉਹਨੇ ਜਾਣਾ ਸੰਸਾਰ ਤੋਂ, ਬਹੁਤੀ ਉਮਰ ਬਿਤਾ ਕੇ ਗਈ ਆ, ਪਰ ਇੱਕ ਜਾਣਾ ਨਾ ਉਹਦੀ ਬੋਲੀ ਸਮਝਦਾ ਸੀ ਉਹਨਾਂ ਚੋਂ। ਉਹਨੂੰ ਉਹਨੇ ਦੱਸਿਆ। ਫਿਰ ਕਹਿੰਦੇ, ਤੂੰ ਇੰਨਾ ਰੋਈ ਕਾਹਤੋਂ ਜਾਣਾ? ਜਦੋਂ ਦੂਜੇ ਨਹੀਂ ਰੋਂਦੇ, ਤੂੰ ਕਾਹਤੋਂ ਰੋਣਾ? ਕਹਿੰਦੇ, ਮੈਂ ਇਹਨਾਂ ਨੂੰ ਇੰਨਾ ਦੱਸ ਰਿਹਾ, ਮੇਰੀ ਗੱਲ ਇਹਨਾਂ ਦੇ ਪੱਲੇ ਨਹੀਂ ਪੈ ਰਹੀ। ਕਹਿੰਦੇ, ਇੱਕ ਕੱਲੀ ਮਾਂ ਹੀ ਮੇਰੀ ਇਹੋ ਜਿਹੀ ਸੀ, ਮੈਂ ਮੂੰਹ ਚੋਂ ਹਜੇ ਉਹੋ ਜਿਹਾ ਫੇਸ ਹੀ ਬਣਾਉਂਦਾ ਸੀ, ਆਪਣੇ ਬੁੱਲ ਹੀ ਹਿਲਾਉਂਦਾ ਸੀ, ਉਹ ਮਾਂ ਮੇਰੀ ਪਹਿਲਾਂ ਹੀ ਸਮਝ ਲੈਂਦੀ ਸੀ ਵੀ ਇਹਨੂੰ ਕੀ ਚਾਹੀਦਾ। ਆਖੋ ਸਤਿਨਾਮ ਵਾਹਿਗੁਰੂ ਜੀ। ਉਹ ਚੁੱਪ ਕਰ ਗਿਆ ਤੇ ਦੂਜੇ ਰੋਣ ਲੱਗ ਗਏ। ਇਸ ਕਰਕੇ ਉਹ ਤਿਆਗ ਦੀ, ਪਿਆਰ ਦੀ ਮੂਰਤ ਹੁੰਦੀ ਮਾਂ, ਘਰ ਦਾ ਸਰਮਾਇਆ ਹੁੰਦਾ। ਗੁਰੂ ਕਿਰਪਾ ਕਰਨ, ਸਾਰਿਆਂ ਨੂੰ ਮਾਂ ਦੇ ਨਿੱਘੇ ਗੋਦ ਦਾ ਆਨੰਦ ਸਾਰਿਆਂ ਨੂੰ ਬਖਸ਼ਿਸ਼ ਕਰਨ। ਜਿਨ੍ਹਾਂ ਦੀਆਂ ਬਚਪਨ ਚ ਤੁਰ ਜਾਂਦੀਆਂ ਨੇ, ਉਹ ਸੰਸਾਰ ਤੋਂ ਵਾਂਝੇ ਰਹਿ ਜਾਂਦੇ ਨੇ। ਇਸ ਕਰਕੇ ਮਹਾਨ ਵਿਦਵਾਨ ਇਹ ਗੱਲ ਕਹਿੰਦੇ ਨੇ, ਨਪੋਲੀਅਨ ਬੋਨਾਪਾਰਟਸ ਵਰਗੇ ਵਿਦਵਾਨ ਵੀ ਇਹ ਗੱਲ ਕਹਿੰਦੇ ਨੇ
ਕਹਿੰਦੇ ਮੈਨੂੰ ਚੰਗੀਆਂ ਮਾਵਾਂ ਦੇ ਦਿਓ, ਮੈਂ ਤੁਹਾਨੂੰ ਦੁਨੀਆ ਦੇ ਮਹਾਨ ਮਹਾਨ ਯੋਧੇ ਦੇ ਦੇਵਾਂਗਾ। ਸੋ ਸਾਧ ਸੰਗਤ, ਉਹ ਮਾਤਾ